ਸ਼ਲੋਕ ਮਹੱਲਾ ਚੌਥਾ। ਧੁਰ ਮਾਰੇ ਪੂਰੈ ਸਤਿਗੁਰੂ, ਸਈ ਹੁਣ ਸਤਿਗੁਰ ਮਾਰੈ। ਜੇ ਮਿਲਣ ਨੂੰ ਬਹੁ ਤੇਰਾ ਲੋਚੀਐ, ਨਾ ਦੇਈ ਮਿਲਨ ਕਰਤਾਰੈ। ਸਤ ਸੰਗਤ ਢੋਈ ਨਾ ਲਹਨ, ਵਿੱਚ ਸੰਗਤ ਗੁਰ ਵਿਚਾਰੈ। ਕੋਈ ਜਾਏ ਮਿਲੈ ਹੁਣ ਉਹਨਾਂ ਨੂੰ, ਤਿਸ ਮਾਰੇ ਜਮ ਜੰਦਾਰੇ। ਗੁਰ ਬਾਬੇ ਫਿੱਟ ਕੇ ਸੇ ਫਿੱਟੇ, ਗੁਰ ਅੰਗਦ ਕੀਤੇ ਕੂੜਿਆਰੇ। ਗੁਰ ਤੀਜੀ ਪੀੜੀ ਵਿਚਾਰਿਆ, ਕਿਆ ਹਾਥੇ ਨਾ ਵਿਚਾਰੇ। ਗੁਰ ਚੌਥੀ ਪੀੜੀ ਟਿਕਿਆ, ਤਿੰਨ ਨਿੰਦਕ ਦੁਸ਼ਟ ਸਭ ਤਾਰੇ। ਕੋਈ ਪੁੱਤ ਸਿੱਖ ਸੇਵਾ ਕਰੇ ਸਤਿਗੁਰ ਕੀ, ਤਿਸ ਕਾਰਜ ਸਭ ਸਵਾਰੈ। ਜੋ ਇਛੇ ਸੋ ਫਲ ਪਾਏ ਸੀ, ਪੁੱਤ ਧਨ ਲਖਮੀ ਖੜ ਮੇਲੇ ਹਰ ਨਿਸਤਾਰੈ। ਸਭ ਨਿਦਾਨ ਸਤਿਗੁਰ ਵਿੱਚ, ਜਿਸ ਅੰਦਰ ਹਰਿ ਉਰ ਤਾਰੇ। ਸੋ ਪਾਏ ਪੂਰਾ ਸਤਿਗੁਰੂ, ਜਿਸ ਲਿਖਿਆ ਲਿਖਤ ਲਿਲਾਰੇ। ਜਨ ਨਾਨਕ ਮੰਗੈ ਧੂੜ ਤਿੰਨ, ਜੋ ਗੁਰ ਸਿੱਖ ਮਿਤ ਪਿਆਰੇ। ਜਿਤ ਜਿਤ ਲਾਵੈ ਤਿਤ ਤਿਤ ਲੱਗੈ, ਸਿਆਣਪ ਸਭ ਜਾਲੀ। ਜਤ ਕਤ ਤੁਮ ਭਰਪੂਰ ਹੋ, ਮੇਰੇ ਦੀਨ ਦਿਆਲੀ। ਸਭ ਕਿਛ ਤੁਮ ਤੇ ਮੰਗਣਾ, ਵਡ ਭਾਗੀ ਪਾਏ। ਨਾਨਕ ਕੀ ਅਰਦਾਸ ਪ੍ਰਭ, ਜੀਵਾ ਗੁਣ ਗਾਏ। ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ, ਸਰਬ ਕਲਾ ਭਰਪੂਰ ਸਮਰੱਥ ਗੁਰੂ। ਲੋਕ ਪਰਲੋਕ ਦੇ ਰੱਖਿਅਕ ਭਗਤ ਵਸ਼ਲ, ਗਿਆਨ ਦੇ ਸਾਗਰ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਸਤਿਗੁਰਾਂ ਦੀ ਪਾਵਨ ਪਵਿੱਤਰ ਗੋਦ ਹਜ਼ੂਰੀ ਦੇ ਵਿੱਚ ਗੁਰੂ ਸ਼ਬਦ ਦੇ ਨਾਲ ਜੁੜ ਬੈਠੀ ਜੁੜ ਰਹੀ ਸਾਧ ਸੰਗਤ ਜੀ, ਧੰਨਤਾ ਦੇ ਯੋਗ ਅਸੀਂ ਸਭ ਵਡਭਾਗੇ ਹਾਂ, ਜਿਨ੍ਹਾਂ ਤੇ ਮਹਾਰਾਜ ਜੀ ਨੇ ਮਿਹਰ ਕਰਕੇ ਦੁਬਾਰਾ ਮੁੜ ਜੀਵਨ ਦੇ ਰਹਿੰਦੇ ਸਵਾਸਾਂ ਨੂੰ ਸਫਲ ਕਰਨ ਦਾ ਸ਼ੁਭ ਅਵਸਰ ਸਮਾਂ ਬਖਸ਼ਿਆ। ਜ਼ਿੰਦਗੀ ਅਨਮੋਲ ਹੈ, ਵਾਰ-ਵਾਰ ਮਿਲਦੀ ਨਹੀਂ। ਸਾਰਿਆਂ ਦੀ ਜ਼ਿੰਦਗੀ ਦੇ ਪਲ, ਸਾਰਿਆਂ ਦੀ ਜ਼ਿੰਦਗੀ ਦਾ ਸਮਾਂ ਜਿਹੜਾ ਸਫਲ ਨਹੀਂ ਹੋਇਆ ਕਰਦਾ। ਜਿਨ੍ਹਾਂ ਦਾ ਸਫਲ ਹੁੰਦਾ ਉਹਨਾਂ ਨੂੰ ਵਡਭਾਗੀ ਤੇ ਕਰਮਾਂ ਵਾਲੇ ਕਹਿੰਦੇ ਹਨ। ਜਿਨ੍ਹਾਂ ਦੀ ਜ਼ਿੰਦਗੀ ਸਫਲ ਨਹੀਂ ਹੁੰਦੀ, ਜਿਨ੍ਹਾਂ ਦੀ ਜ਼ਿੰਦਗੀ ਦਾ ਸਮਾਂ ਸਫਲ ਨਹੀਂ ਹੁੰਦਾ, ਉਹਨੂੰ ਗੁਰੂ ਸਾਹਿਬ ਬਾਣੀ ਵਿੱਚ ਕਹਿੰਦੇ ਨੇ, ਜੋ ਸਤਿਗੁਰੂ ਸ਼ਰਨ ਸੰਗਤ ਨਹੀਂ ਆਏ। ਤ੍ਰਿਗ ਜੀਵੈ ਤ੍ਰਿਗ ਜੀਵਾਸ। ਇਸ ਕਰਕੇ ਜੇ ਕਿਸੇ ਦਾ ਸਮਾਂ ਸਫਲ ਹੋ ਰਿਹਾ ਤੇ ਉਹ ਬਹੁਤ ਹੀ ਭਾਗਾਂ ਵਾਲਾ ਹੈ ਤੇ ਕਰਮਾਂ ਵਾਲਾ ਹੈ। ਭਾਗ ਤੋਂ ਬਗੈਰ, ਕਰਮਾਂ ਤੋਂ ਬਗੈਰ ਸਤਸੰਗ ਜੀ ਕਦੀ ਵੀ ਗੁਣ ਪ੍ਰਫੁੱਲਤ ਨਹੀਂ ਹੁੰਦਾ, ਗੁਣ ਅੰਦਰ ਪੈਦਾ ਹੀ ਨਹੀਂ ਹੁੰਦਾ। ਮਨੁੱਖ ਦੇ ਅੰਦਰ ਅਵਗੁਣੀ ਭਰਿਆ ਸਰੀਰ ਹੈ, ਅਵਗੁਣੀ ਭਰਿਆ ਸਰੀਰ ਹੈ। ਕਿਉਂ ਸੰਤੋ ਨਿਰਮਲ ਹੋਏ। ਇਸ ਦੇਹੀ ਅੰਦਰ ਗੁਣ ਵੀ ਹਨ, ਇਸ ਦੇਹੀ ਅੰਦਰ ਅਵਗੁਣ ਵੀ ਹਨ। ਸੋ ਅਵਗੁਣ ਤੇ ਇੱਕਦਮ ਜਿਹੜੇ ਪ੍ਰਗਟ ਹੋ ਜਾਂਦੇ ਨੇ। ਗੁਣਾਂ ਨੂੰ ਪ੍ਰਗਟ ਕਰਨ ਦੇ ਲਈ ਮਿਹਨਤ ਕਰਨੀ ਪੈਂਦੀ ਹੈ। ਸੋ ਘਿਓ ਨੂੰ ਕੱਢਣ ਦੇ ਲਈ ਦੁੱਧ ਦੇ ਵਿੱਚੋਂ ਪਹਿਲਾਂ ਸਤਸੰਗ ਜੀ ਦੁੱਧ ਨੂੰ ਬਹੁਤ ਚੰਗੀ ਤਰ੍ਹਾਂ ਸੰਭਾਲਣਾ ਪੈਂਦਾ, ਜਾਗ ਖੱਟਾ ਲਾਉਣਾ ਪੈਂਦਾ, ਉਸ ਨੂੰ ਤਰੀਕੇ ਦੇ ਨਾਲ ਦਹੀਂ ਨੂੰ ਰਿੜਕਣਾ ਪੈਂਦਾ, ਫਿਰ ਉਹਦੇ ਤੋਂ ਬਾਅਦ ਮੱਖਣ ਨੂੰ ਕੱਢਣਾ ਪੈਂਦਾ, ਗਰਮ ਕਰਨਾ ਪੈਂਦਾ, ਫਿਰ ਬਾਅਦ ਵਿੱਚ ਜਾ ਕੇ ਕਿਧਰੇ ਕੋਈ ਸਾਨੂੰ ਵਧੀਆ ਪਦਾਰਥ ਬਣਾਉਣ ਦੇ ਵਿੱਚੋਂ ਸਹਾਈ ਹੁੰਦਾ। ਸੋ ਇਸੇ ਤਰ੍ਹਾਂ ਗੁਣ ਮਨੁੱਖ ਦੇ ਅੰਦਰ ਹੈ। ਇਸ ਨੂੰ ਪ੍ਰਗਟ ਕਰਨ ਦਾ ਜ਼ਰੀਆ ਤੇ ਤਰੀਕਾ ਵੀ ਸ਼ਬਦ ਹੀ ਹੈ। ਜਿਵੇਂ ਧਰਤੀ ਦੇ ਵਿੱਚੋਂ ਪਾਣੀ ਕੱਢਣ ਦੇ ਲਈ ਉੱਪਰੋਂ ਪਾਣੀ ਪਾਉਣਾ ਪੈਂਦਾ ਹੈ,
ਜਿੰਨੇ ਵੀ ਅਸੀਂ ਬੋਰ ਕਰਦੇ ਹਾਂ ਉਹਦੇ ਵਿੱਚ ਪਾਣੀ ਪਾ ਪਾ ਕੇ ਮਿੱਟੀ ਬਾਹਰ ਕੱਢ ਕੇ 100 200 400 500 ਫੁੱਟ ਤੱਕ ਅਸੀਂ ਸਮਰਸੀਬਲ ਪੰਪ ਲਾ ਕੇ ਤੇ ਬਾਹਰ ਪਾਣੀ ਕੱਢਦੇ ਹਾਂ। ਬਾਣੀ ਦਾ ਫਰਮਾਨ ਹੈ, ਇਹ ਇਸ ਕਾਇਆ ਦੇ ਵਿੱਚ, ਇਸ ਸਰੀਰ ਦੇ ਵਿੱਚ ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ, ਬਹੁੜ ਜਨਮ ਨਾ ਆਵ। ਇਹਦੇ ਅੰਦਰ ਇੱਕ ਸ਼ਬਦ ਹੈ, ਅੰਦਰੋਂ ਸ਼ਬਦ ਪ੍ਰਗਟ ਕਰਨ ਦੇ ਲਈ ਬਾਹਰੋਂ ਸ਼ਬਦ ਦਾ ਪੜ੍ਹਨਾ ਸੁਣਨਾ ਬਹੁਤ ਜ਼ਰੂਰੀ ਹੈ। ਧਿਆਨ ਦੇਣਾ, ਬਾਹਰਲੇ ਪ੍ਰਕਾਸ਼ ਨੂੰ ਦੇਖਣ ਲਈ ਸਾਡੇ ਅੱਖੀਆਂ ਦੇ ਲੈਂਸ ਕਾਇਮ ਹੋਣੇ ਚਾਹੀਦੇ ਨੇ। ਜੇ ਸਾਡੀਆਂ ਅੱਖੀਆਂ ਦੇ ਪਿੱਛੇ ਜਾਲਾ ਜਾਂ ਕੋਈ ਧੁੰਦਲਾਪਨ ਆ ਗਿਆ ਤੇ ਅੱਖੀਆਂ ਹੁੰਦੇ ਹੋਏ ਵੀ ਇਸ ਪ੍ਰਕਾਸ਼ ਨੂੰ, ਜਿਹੜਾ ਸੂਰਜ ਦਾ ਪ੍ਰਕਾਸ਼, ਉਹਨੂੰ ਅੰਨੇ ਬੰਦੇ ਕਦੀ ਵੀ ਦੇਖ ਨਹੀਂ ਸਕਦੇ। ਕਈ ਐਸੇ ਹੁੰਦੇ ਨੇ ਜਿਹੜੇ ਸੂਰਜ ਛੁਪਣ ਤੋਂ ਬਾਅਦ ਉਹਨਾਂ ਨੂੰ ਦਿਸਣਾ ਬੰਦ ਹੋ ਜਾਂਦਾ ਹੈ। ਕਈਆਂ ਨੂੰ ਸੂਰਜ ਚੜ੍ਹਿਆ ਹੋਇਆਂ ਵੀ ਕੁਝ ਨਹੀਂ ਦਿਸਦਾ, ਪ੍ਰਕਾਸ਼ ਤੇ ਹੈ, ਪ੍ਰਕਾਸ਼ ਤੇ ਹੈ। ਉਸ ਪ੍ਰਕਾਸ਼ ਨੂੰ ਦੇਖਣ ਦੇ ਲਈ ਬਾਹਰੋਂ ਵੀ ਜ਼ਰੂਰਤ ਹੈ ਉਸ ਪ੍ਰਕਾਸ਼ ਤੱਕ ਪਹੁੰਚਣ ਦੇ ਲਈ। ਇਸ ਕਰਕੇ ਜਦੋਂ ਅਸੀਂ ਗੁਰੂ ਦੇ ਸ਼ਬਦ ਨੂੰ ਬੜੇ ਪ੍ਰੇਮ ਦੇ ਨਾਲ ਸੁਣਦੇ ਤੇ ਪੜ੍ਹਦੇ ਹਾਂ, ਜਿਹੜਾ ਪ੍ਰਾਣਾਂ ਵਿੱਚ ਇੱਕ ਸ਼ਬਦ ਹੈ ਵਸਦਾ ਹੈ, ਉਸ ਸ਼ਬਦ ਦਾ ਅਹਿਸਾਸ, ਉਸ ਸ਼ਬਦ ਦੇ ਬਾਰੇ ਸਾਨੂੰ ਥੋੜ੍ਹਾ ਥੋੜ੍ਹਾ ਹੌਲੀ ਹੌਲੀ ਆਨੰਦ ਦੁਆਰਾ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਵੀ ਅੰਦਰ ਵੀ ਇੱਕ ਅੰਮ੍ਰਿਤਸਰ ਹੈ, ਅੰਦਰ ਵੀ ਇੱਕ ਖਜ਼ਾਨਾ ਹੈ, ਅੰਦਰ ਵੀ ਬੇਗਮਪੁਰਾ ਸ਼ਹਿਰ ਹੈ, ਅੰਦਰ ਵੀ ਦਰਗਾਹ ਹੈ, ਅੰਦਰ ਵੀ ਸੱਚਖੰਡ ਹੈ। ਇਹ ਹੌਲੀ ਹੌਲੀ ਪੜਾਅ ਹਨ, ਹੌਲੀ ਹੌਲੀ ਇਹਨਾਂ ਦੇ ਬਾਰੇ ਸਾਨੂੰ ਜਾਣਕਾਰੀ ਮਿਲਦੀ ਹੈ। ਜਿਹੜਾ ਸਤ ਸੰਗੀ ਹੈ ਉਸ ਨੂੰ ਮਿਲਦੀ, ਦੂਸਰੇ ਨੂੰ ਨਹੀਂ ਮਿਲਦੀ, ਚਾਹੇ ਕੋਈ ਕਿੰਨਾ ਵੀ ਜ਼ਿਆਦਾ ਪੜ੍ਹਿਆ ਲਿਖਿਆ ਕਿਉਂ ਨਾ ਹੋਵੇ। ਕਿਉਂਕਿ ਜਿਹੜੀ ਰੂਹਾਨੀਅਤ ਹੈ ਇਹ ਦੁਨਿਆਵੀ ਪੜ੍ਹਾਈ ਦੀ ਮੁਹਤਾਜ ਨਹੀਂ। ਧਿਆਨ ਦੇਣਾ, ਜੇ ਕਿਸੇ ਨੇ ਅਧਿਆਤਮਕਵਾਦੀ ਬਣਨਾ ਜਾਂ ਰੂਹਾਨੀਅਤ ਦੀ ਉਸ ਸਿੱਖਿਆ ਨੂੰ ਗ੍ਰਹਿਣ ਕਰਨਾ ਹੈ ਤੇ ਬਾਹਰਲੀਆਂ ਪੜ੍ਹਾਈਆਂ ਦੇ ਨਾਲ ਇਹਦਾ ਕੋਈ ਕੰਪੈਰੀਜ਼ਨ, ਤੁਲਨਾ, ਕੋਈ ਮਤਲਬ ਨਹੀਂ ਵੀ ਇੰਨਾ ਪੜ੍ਹਿਆ ਲਿਖਾ ਬੰਦਾ ਹੀ ਰੂਹਾਨੀਅਤ ਨੂੰ ਸਮਝ ਸਕਦਾ ਹੈ। ਜੋ ਪ੍ਰਾਣੀ ਗੋਬਿੰਦ ਧਿਆਵੇ, ਪੜ੍ਹਿਆ ਅਨਪੜ੍ਹਿਆ ਪਰਮ ਗਤ ਪਾਵੈ। ਪੜ੍ਹੇ ਲਿਖੇ ਦਾ ਮਤਲਬ ਅਸਲ ਦੇ ਵਿੱਚ ਸਿਆਣੇਪਣ ਤੋਂ ਹੈ, ਨਾ ਕਿ ਕੋਈ ਡਿਗਰੀਆਂ ਤੋਂ। ਜੇ ਡਿਗਰੀਆਂ ਲੈ ਕੇ ਕੋਈ ਸਿਆਣੀ ਗੱਲ ਨਾ ਕਰੇ, ਖਰਾਬ ਗੱਲ ਕਰੇ, ਤੇ ਉਸ ਨੂੰ ਪੜ੍ਹਿਆ ਲਿਖਿਆ ਬਾਣੀ ਵਿੱਚ ਨਹੀਂ ਆਖਿਆ। ਉਸ ਨੂੰ ਬਾਣੀ ਵਿੱਚ ਆਖਿਆ, ਪੜ੍ਹਿਆ ਮੂਰਖ ਆਖੀਐ ਜਿਸ ਲਬ ਲੋਭ ਅਹੰਕਾਰਾ। ਇਸ ਕਰਕੇ ਪੜ੍ਹੇ ਦਾ ਮਤਲਬ ਹੁੰਦਾ ਵੀ ਸਿਆਣਪ, ਸਿਆਣਾ ਦਾਨਾ ਬੰਦਾ ਜੋ ਸਿਆਣੀ ਗੱਲ ਕਰਦੇ ਉਹ ਪੜ੍ਹਿਆ ਲਿਖਿਆ ਹੁੰਦਾ ਹੈ। ਸੋ ਸਤਿਗੁਰੂ ਮਹਾਰਾਜ ਜੀ ਸਾਨੂੰ ਆਪਣੀ ਬਾਣੀ ਦੇ ਰਾਹੀਂ ਬਹੁਤ ਵੱਡਾ ਗਿਆਨ ਦੇ ਰਹੇ ਹਨ। ਆਓ ਲੜੀਵਾਰ ਸ਼ਬਦ ਦੀ ਵਿਚਾਰ ਅਸੀਂ ਸਾਂਝੀ ਕਰਦੇ ਹਾਂ, ਜੋ ਬਹੁਤ ਹੀ ਪਿਆਰੀ ਵਿਚਾਰ ਸਾਨੂੰ ਗੁਰੂ ਪਾਸੋਂ ਸਰਵਣ ਕਰਨ ਨੂੰ ਮਿਲੇਗੀ। ਅਸੀਂ ਸ਼ਬਦ ਸਰਵਣ ਕੀਤਾ ਹੈ, ਧੁਰ ਮਾਰੇ ਪੂਰੇ ਸਤਿਗੁਰੂ ਸਈ ਹੁਣ ਸਤਿਗੁਰ ਮਾਰੇ। ਇਸ ਸਾਰੇ ਸ਼ਬਦ ਵਿੱਚ ਇਹ ਗਿਆਨ ਦਿੱਤਾ ਗਿਆ ਵੀ ਜਿਹੜੇ ਗੁਰੂ ਦੇ ਫਟਕਾਰੇ ਨੇ, ਜਿਹੜੇ ਗੁਰੂ ਦੇ ਦੁਆਰਾ ਸਤਸੰਗਤ ਜੀ ਧੱਕੇ ਗਏ ਨੇ, ਮਤਲਬ ਕੱਢ ਦਿੱਤੇ ਗਏ ਨੇ, ਜਿਨ੍ਹਾਂ ਨੂੰ ਗੁਰੂ ਨੇ ਮੁੱਖ ਨਾਲ ਨਹੀਂ ਲਾਇਆ, ਉਹਨਾਂ ਦੀ ਅੱਜ ਦੇ ਸ਼ਬਦ ਵਿੱਚ ਗੱਲਬਾਤ ਹੈ। ਤੁਸੀਂ ਦੇਖਣਾ, ਕਈ ਪਰਿਵਾਰ, ਕਈ ਘਰਾਂ ਦੇ ਵਿੱਚ ਇੱਦਾਂ ਦੀਆਂ ਰੂਹਾਂ ਹੁੰਦੀਆਂ ਨੇ ਜਿਨ੍ਹਾਂ ਦੇ ਦਿਮਾਗੀ ਸੰਤੁਲਨ ਜਿਹੜੇ ਨੇ ਪ੍ਰੋਪਰ ਜਿਹੜੇ ਨੇ ਡਿਵੈਲਪ ਨਹੀਂ ਹੋਏ ਹੁੰਦੇ। ਉਹਨਾਂ ਦੇ ਖਾਨਦਾਨ ਦੇ ਵਿੱਚ ਕੋਈ ਨਾ ਕੋਈ ਬੰਦਾ ਐਸਾ ਚੱਲਦਾ ਰਹਿੰਦਾ ਹੈ ਜਿਹੜਾ ਪੂਰਨ ਤੌਰ 'ਤੇ ਦਿਮਾਗ ਉਹਦਾ ਪ੍ਰਫੁੱਲਤ ਨਹੀਂ ਹੁੰਦਾ, ਜਾਂ ਕੋਈ ਨਾ ਕੋਈ ਅਪੰਗ ਪੈਦਾ ਹੁੰਦਾ ਰਹਿੰਦਾ, ਜਾਂ ਕੋਈ ਨਾ ਕੋਈ ਗਲਤ ਚੀਜ਼ ਉਸ ਪਰਿਵਾਰ ਦੇ ਨਾਲ ਜੁੜ ਜਾਂਦੀ ਹੈ, ਅੱਗੇ ਪੀੜ੍ਹੀਆਂ ਤੱਕ ਚੱਲਦੀ ਹੈ। ਔਰ ਕਈ ਵਾਰ ਅਸੀਂ ਇਹ ਫਿਰ ਗੱਲ ਕਹਿ ਦਿੰਦੇ ਹਾਂ, ਇਹਨਾਂ ਨੂੰ ਕਿਸੇ ਦਾ ਸ਼ਰਾਪ ਪਿਆ ਹੋਇਆ। ਇਹ ਗੱਲ ਅਸੀਂ ਕਹਿ ਦਿੰਦੇ ਹਾਂ, ਇਹਨਾਂ ਨੂੰ ਕਿਸੇ ਦਾ ਸ਼ਰਾਪ ਲੱਗਿਆ ਹੋਇਆ ਕਿ ਇਹਨਾਂ ਦੇ ਸ਼ੁਰੂ ਤੋਂ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਚੱਲਦਾ ਆ ਰਿਹਾ ਹੈ। ਇਹ ਬਿਲਕੁਲ ਸੱਚ ਹੈ।
ਸੋ ਬਾਣੀ ਦੀਆਂ ਪੰਕਤੀਆਂ ਅਸੀਂ ਜਿਉਂ-ਜਿਉਂ ਅੱਗੇ ਪੜ੍ਹਾਂਗੇ ਇਹਦੇ ਵਿੱਚ ਬੜਾ ਕਲੀਅਰ ਹੋ ਜਾਣਾ। ਜਿਸ ਨੂੰ ਸਤਿਗੁਰ ਫਟਕਾਰ ਦੇਵੇ, ਜਿਸ ਨੂੰ ਸਤਿਗੁਰ ਬਚਨ ਕਰ ਦੇਵੇ, ਜੇ ਸਤਿਗੁਰ ਬਚਨ ਕਰ ਦੇਵੇ ਬਖਸ਼ਿਸ਼ ਦਾ, ਤੇ ਫਿਰ ਆਉਣ ਵਾਲੀਆਂ ਪੀੜ੍ਹੀਆਂ ਤੇ ਕੁਲਾਂ ਵੀ ਜਿਹੜੀਆਂ ਧਰ ਜਾਂਦੀਆਂ ਹਨ। ਜੇ ਨਦਰਿਓ ਪੱਠੀ ਜੇ ਕਰੇ ਸੁਲਤਾਨਾ ਘਾਓ ਕਰਾਇੰਦਾ, ਜੇ ਬਚਨ ਹੋ ਜਾਵੇ ਦੂਸਰਾ ਤੇ ਫਿਰ ਪੀੜ੍ਹੀਆਂ ਦੀਆਂ ਪੀੜ੍ਹੀਆਂ ਜਿਹੜੀਆਂ ਨੇ ਉਹ ਦੁੱਖ ਵੀ ਭੋਗਦੀਆਂ ਨੇ, ਸੰਤਾਪ ਵੀ ਭੋਗਦੀਆਂ ਹਨ, ਤੇ ਉਹਨਾਂ ਨੂੰ ਸਦਾ ਵਾਸਤੇ ਉਹ ਬਚਨ ਜਿਹੜਾ ਹੈ ਉਹਨਾਂ ਦੇ ਨਾਲ ਹੀ ਚੱਲਦਾ ਰਹਿੰਦਾ ਹੈ। ਸੋ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ, ਧੁਰ ਮਾਰੇ ਪੂਰੇ ਸਤਿਗੁਰੂ ਸਈ ਹੁਣ ਸਤਿਗੁਰ ਮਾਰੇ। ਜਿਹੜੇ ਦਰਗਾਹ ਦੇ ਵਿੱਚੋਂ ਜਿਹੜੇ ਪਹਿਲਾਂ ਹੀ ਫਟਕਾਰੇ ਹੋਏ ਨੇ, ਜਿਹੜੇ ਪਹਿਲਾਂ ਹੀ ਕੱਢੇ ਹੋਏ ਨੇ, ਧਿਆਨ ਦੇਣਾ, ਕਾਲਜ ਦੇ ਵਿੱਚੋਂ ਬਦਨਾਮੀ ਕਰਕੇ ਕੱਢੇ ਹੋਏ ਸਟੂਡੈਂਟ ਨੂੰ ਦੂਸਰੇ ਕਾਲਜ ਦੇ ਵਿੱਚ ਕੋਈ ਐਡਮਿਸ਼ਨ ਨਹੀਂ ਦਿੰਦਾ, ਉਹਨੂੰ ਪਹਿਲਾਂ ਹੀ ਕੱਢਿਆ ਹੁੰਦਾ ਤੇ ਪਤਾ ਲੱਗ ਜਾਂਦਾ। ਕ੍ਰਿਮੀਨਲ ਬੰਦੇ ਨੂੰ ਬਾਹਰਲੇ ਮੁਲਕ ਵਿੱਚ ਜਾਂ ਚੋਣਾਂ ਲੜਨ ਦਾ ਜਿਹੜਾ ਸੰਵਿਧਾਨ ਦੇ ਮੁਤਾਬਕ ਅਧਿਕਾਰ ਨਹੀਂ ਹੁੰਦਾ, ਕਿਉਂਕਿ ਉਹ ਦਾਗੀ ਹੁੰਦਾ ਹੈ, ਉਹ ਦਾਗੀ ਹੁੰਦਾ ਹੈ। ਸੋ ਜਿਨ੍ਹਾਂ ਦੇ ਕਰਮ ਇੰਨੇ ਭੈੜੇ ਨੇ, ਇੰਨੇ ਕਰਮ ਮਾੜੇ ਨੇ, ਜਿਨ੍ਹਾਂ ਨੇ ਇੰਨੀਆਂ ਮਨ ਮਰਜ਼ੀਆਂ ਕੀਤੀਆਂ ਨੇ, ਉਹਨੂੰ ਗੁਰੂ ਵੀ ਕਹਿੰਦਾ ਵੀ ਇਸ ਵੇਲੇ ਮੈਂ ਤੇਰਾ ਕੁਛ ਨਹੀਂ ਸਵਾਰ ਸਕਦਾ, ਇਹ ਤੇਰੇ ਕਰਮਾਂ ਦੀ ਖੇਤੀ ਹੈ, ਤੈਨੂੰ ਵੱਢਣੀ ਪੈਣੀ, ਇਹ ਤੇਰੇ ਕਰਮਾਂ ਦੀ ਖੇਤੀ ਹੈ, ਤੈਨੂੰ ਵੱਢਣੀ ਪੈਣੀ ਹੈ। ਇਸ ਕਰਕੇ ਲੇਖੇ ਕਤੇ ਨਾ ਛੁੱਟੀ ਹੈ, ਖਿਨ ਖਿਨ ਭੋਲਣ ਹਾਰ ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ ਧ੍ਰਿਤ ਰਾਸ਼ਟਰ ਨਾ। ਕ੍ਰਿਸ਼ਨ ਮਹਾਰਾਜ ਜੀ ਦੇ ਨਾਲ ਰੋਸ ਜ਼ਾਹਰ ਕਰਦਾ, ਕਹਿੰਦਾ ਤੂੰ ਮੇਰੇ ਪੁੱਤਰ ਮਰਾ ਦਿੱਤੇ, ਮੇਰਾ 100 ਦਾ 100 ਪੁੱਤਰ ਤੇ ਇੰਨੀ ਵੱਡੀ ਸੈਨਾ ਮਰਾ ਦਿੱਤੀ। ਧੁਰ ਮਾਰੇ ਪੂਰੇ ਸਤਿਗੁਰੂ ਸਈ ਹੁਣ ਸਤਿਗੁਰ ਮਾਰੇ। ਤੂੰ ਮੇਰੇ ਨਾਲ ਨਿਆਂ ਨਹੀਂ ਕੀਤਾ, ਮੇਰੇ ਨਾਲ ਅਨਿਆਂ ਕੀਤਾ ਹੈ। ਕ੍ਰਿਸ਼ਨ ਭਗਵਾਨ ਕਹਿੰਦੇ ਅਸੀਂ ਕਿਸੇ ਦੇ ਨਾਲ ਅਨਿਆਂ ਨਹੀਂ ਕਰਦੇ। ਕਰਮਾਂ ਦੀ ਖੇਤੀ ਦਾ ਫਲ ਰਾਜਾ ਹਰ ਇੱਕ ਨੂੰ ਆਪਣਾ ਆਪਣਾ ਭੋਗਣਾ ਪੈਂਦਾ ਹੈ। ਉਹ ਕੋਈ ਵੀ ਹੋਵੇ, ਤੂੰ ਹੋਵੇਂ, ਅਸੀਂ ਹੋਈਏ, ਕੋਈ ਵੀ ਹੋਵੇ, ਕਰਮ ਮਿਟਦਾ ਨਹੀਂ, ਕਰਮ ਨਹੀਂ ਮਿਟਦਾ, ਕਰਮ ਕਦੀ ਮਿਟ ਸਕਦਾ ਹੀ ਨਹੀਂ, ਨਾ ਚੰਗਾ ਨਾ ਮਾੜਾ। ਇਸ ਕਰਕੇ ਨਹੀਂ, ਧ੍ਰਿਤਰਾਸ਼ਟਰ ਕਹਿੰਦਾ ਮੈਨੂੰ ਗਿਆਨ ਹੈ, ਮੈਨੂੰ ਕਈ ਜਨਮਾਂ ਦਾ ਗਿਆਨ ਹੈ, ਮੈਂ ਪਾਪ ਹੀ ਨਹੀਂ ਕੋਈ ਕੀਤਾ, ਮੈਂ ਕਿਸੇ ਦਾ ਦਿਲ ਹੀ ਨਹੀਂ ਦੁਖਾਇਆ, ਮੇਰਾ ਪੁੱਤਰ ਸਾਰੇ ਮਰ ਗਏ ਤੇ ਮੇਰਾ ਇੰਨਾ ਦਿਲ ਤੜਫ ਰਿਹਾ, ਮੈਂ ਕਿਸੇ ਦਾ ਕੀ ਵਿਗਾੜਿਆ। ਕਹਿੰਦੇ ਫਿਰ ਤੈਨੂੰ ਸੋਝੀ ਦਿੰਨੇ ਆ, ਤੈਨੂੰ ਸੋਝੀ ਦਿੰਨੇ ਆ, ਹੋਰ ਪਿੱਛੇ ਚੱਲ, ਜਿੱਥੇ ਤੱਕ ਤੈਨੂੰ ਗਿਆਨ ਨਹੀਂ ਉੱਥੇ ਦੇ ਦਰਸ਼ਨ ਕਰ। ਤੂੰ ਉਸ ਜਨਮ ਦੇ ਵਿੱਚ ਕਹਿੰਦੇ ਸੀ ਇੱਕ ਵੈਦ ਸੀ, ਵੈਦ ਤੇ ਲੋਕਾਂ ਦਾ ਕਰਦਾ ਸੀ ਇਲਾਜ, ਔਸ਼ਧੀਆਂ ਬਣਾਉਂਦਾ ਹੁੰਦਾ ਸੀ। ਤੂੰ ਦਵਾਈਆਂ ਬਣਾਉਂਦਾ ਹੁੰਦਾ ਸੀ, ਔਰ ਦਵਾਈਆਂ ਬਣਾਉਣ ਦੇ ਲਈ ਧਿਆਨ ਦੇਣਾ, ਕਈ ਖੋਪੜੀਆਂ ਦੀ ਮਰੇ ਪਸ਼ੂਆਂ ਦੇ ਹੱਡ, ਮਰੇ ਬੰਦਿਆਂ ਦੀਆਂ ਖੋਪੜੀਆਂ, ਹੱਡੀਆਂ, ਕਈ ਚੀਜ਼ਾਂ ਨੂੰ ਯੂਜ਼ ਕਰਕੇ ਜਿਹੜੇ ਕਈ ਆਯੁਰਵੈਦ ਵਾਲੇ ਨੇ ਉਹ ਵੀ ਇਸ ਤਰ੍ਹਾਂ ਕਰਦੇ ਹਨ, ਪਰ ਵਿਰਲੇ ਚੋਰੀ ਛੁਪ ਕੇ। ਤੇ ਕਹਿੰਦੇ ਤੂੰ ਕਰਦਾ ਸੀ ਲੋਕਾਂ ਦੀ ਸੇਵਾ, ਔਸ਼ਧੀਆਂ ਬਣਾ ਕੇ ਦਿੰਦਾ ਸੀ। ਕਹਿੰਦੇ ਇੱਕ ਵਾਰੀ ਕੋਈ ਬਿਮਾਰੀ ਫੈਲ ਗਈ ਕੋਹੜ ਦੀ, ਦੁਨੀਆ ਕੁਰਲਾ ਰਹੀ ਸੀ, ਤੇਰੇ ਕੋਲ ਆ ਕੇ ਬੇਨਤੀ ਕੀਤੀ ਵੀ ਇਹਦਾ ਇਲਾਜ ਕਰੋ। ਵੈਦ ਦਾ ਕੰਮ ਹੈ ਦੂਸਰੇ ਨੂੰ ਤੰਦਰੁਸਤੀ ਦੇਣੀ। ਜਿਹੜਾ ਵੈਦ ਕਿਸੇ ਦਾ ਇਲਾਜ ਨਾ ਕਰ ਸਕੇ, ਜਿਹੜਾ ਡਾਕਟਰ ਕਿਸੇ ਨੂੰ ਤੰਦਰੁਸਤੀ ਨਾ ਦੇਖ ਸਕੇ, ਉਹਨੂੰ ਡਾਕਟਰ ਕਹਾਉਣ ਦਾ ਫਾਇਦਾ ਨਹੀਂ, ਉਹਨੂੰ ਹੱਕ ਹੀ ਨਹੀਂ ਕੋਈ ਵੀ ਉਹਨੂੰ ਡਾਕਟਰ ਕਹੋ। ਇਸ ਕਰਕੇ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਗੁਰੂ ਨਾਨਕ ਸਭ ਤੋਂ ਵੱਡਾ ਵੈਦ ਹੈ। ਸਰਵ ਰੋਗ ਕਾ ਔਖਦ ਨਾਮ, ਜਿਸ ਨੂੰ ਕਿਧਰੋਂ ਵੀ ਖੈਰ ਨਹੀਂ ਪੈਂਦੀ, ਉਹਨੂੰ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਪੈ ਜਾਵੇਗੀ, ਪਰ ਜੇ ਕੋਈ ਭਰੋਸਾ ਰੱਖ ਕੇ ਆਵੇ। ਧ੍ਰਿਤਰਾਸ਼ਟਰ ਨੂੰ ਕ੍ਰਿਸ਼ਨ ਭਗਵਾਨ ਜੀ ਕਹਿੰਦੇ ਕੀ ਕੀਤਾ ਤੂੰ, ਤੈਨੂੰ
ਦਵਾਈ ਬਣਾਉਣ ਦੇ ਲਈ ਸੱਪ ਸਪੋਲੀਏ ਚਾਹੀਦੇ ਸੀ, ਉਹਨਾਂ ਦੀ ਜ਼ਹਿਰ ਚਾਹੀਦੀ ਸੀ, ਕਿਉਂਕਿ ਜ਼ਹਿਰ ਤੋਂ ਵੀ ਦਵਾਈ ਬਣਦੀ ਹੈ। ਸੱਪ ਡੰਗ ਦੇਵੇ ਤੇ ਬੰਦਾ ਮਰ ਜਾਂਦਾ ਹੈ। ਧਿਆਨ ਦੇਣਾ, ਸੱਪ ਡੰਗ ਜਾਵੇ ਤੇ ਬੰਦਾ ਮਰ ਜਾਂਦਾ ਹੈ, ਪਰ ਉਸ ਦੇ ਵਿੱਚੋਂ ਜਿਹੜੇ ਜਿਹੜੇ ਸਪੇਰੇ ਹੁੰਦੇ ਨੇ ਜਾਂ ਹੋਰ ਕੋਈ ਵੈਦ ਹੁੰਦੇ ਨੇ, ਇਹਨਾਂ ਦੇ ਜ਼ਹਿਰ ਨੂੰ ਵੀ ਕਈ ਤਰੀਕਿਆਂ ਦੇ ਨਾਲ ਮਾਰ ਕੇ ਜਾਂ ਜੋ ਵੀ ਉਹਨਾਂ ਦਾ ਤਰੀਕਾ ਹੈ ਉਸ ਦੁਆਰਾ ਇੱਦਾਂ ਦੀ ਔਸ਼ਧੀ ਬਣਾ ਦਿੰਦੇ ਨੇ, ਮਨੁੱਖ ਮਰਦੇ ਨੂੰ ਵੀ ਜੀਵਨ ਮਿਲ ਜਾਂਦਾ। ਕਹਿੰਦੇ ਤੂੰ ਸੱਪਾਂ ਨੂੰ ਇਕੱਠਾ ਕੀਤਾ ਤੇ ਉਹਨਾਂ ਨੂੰ ਤੂੰ ਕੀ ਕੀਤਾ, ਉਹਨਾਂ ਨੂੰ ਪਹਿਲਾਂ ਤੂੰ ਅੰਨ੍ਹਿਆ ਕੀਤਾ, ਤੂੰ ਅੰਨ੍ਹਿਆ ਕੀਤਾ, ਫਿਰ ਉਹਨਾਂ ਨੂੰ ਸਾਰਿਆਂ ਨੂੰ ਤੂੰ ਮਾਰਿਆ, ਸਾਰਿਆਂ ਨੂੰ ਤੂੰ ਮਾਰਿਆ। ਜਿਵੇਂ ਜਾਨਵਰਾਂ ਦੀਆਂ ਲੋਕੀ ਲਾ ਲਾ ਕੇ ਖੱਲਾਂ ਜਿਹੜੀਆਂ ਨੇ, ਖਾਸ ਕਰਕੇ ਆ ਜਿਹੜੇ ਟਾਈਗਰ ਸ਼ੇਰ ਹੁੰਦੇ ਨੇ ਜੰਗਲਾਂ ਦੇ ਵਿੱਚ, ਜਿਹੜੇ ਸਮਗਲਿੰਗ ਕਰਦੇ ਨੇ, ਉਹ ਮਾਰ ਕੇ ਜਾਨਵਰਾਂ ਨੂੰ, ਜਾਨਵਰਾਂ ਦੀਆਂ ਖੱਲਾਂ ਵੇਚਦੇ ਨੇ ਔਰ ਬਹੁਤ ਜ਼ਿਆਦਾ ਪ੍ਰੋਫਿਟ ਕਮਾਈ ਕਰਦੇ ਨੇ, ਸਮਗਲਿੰਗ ਹੁੰਦੀ ਹੈ। ਸੋ ਕਹਿੰਦੇ ਤੂੰ ਉਹਨਾਂ ਨੂੰ ਜਾਨਵਰ ਜਾਂ ਸੱਪਾਂ ਨੂੰ ਮਾਰ ਕੇ ਉਹਨਾਂ ਦਾ ਜ਼ਹਿਰ ਕੱਢ ਲਿਆ, ਜ਼ਹਿਰ ਕੱਢ ਕੇ ਤੂੰ ਦਵਾਈ ਬਣਾਈ, ਔਸ਼ਧੀ ਬਣਾਈ ਤੇ ਉਹਦਾ ਤੂੰ ਭਲਾ ਕੀਤਾ ਲੋਕਾਂ ਦਾ, ਤੇ ਲੋਕਾਂ ਨੂੰ ਬਿਮਾਰੀ ਜਿਹੜੀ ਵੀ ਉਸ ਵੇਲੇ ਸੀ ਉਹਦੇ ਤੋਂ ਆਰਾਮ ਮਿਲਿਆ। ਕਹਿੰਦੇ ਫਿਰ ਅੱਗੇ ਕਹਿੰਦੇ ਇਹ ਤੇਰੇ ਸਾਰੇ ਕਰਮ ਬਣ ਗਏ। ਜਦੋਂ ਤੂੰ ਸੱਪਾਂ ਨੂੰ ਅੰਨ੍ਹਿਆ ਕੀਤਾ ਤੇ ਇਹ ਤੇਰਾ ਕਰਮ ਬਣ ਗਿਆ ਕਿਸੇ ਨੂੰ ਅੰਨਾ ਕਰਨ ਦਾ, ਤੇ ਉਹਨਾਂ ਨੂੰ ਤੂੰ ਅੰਨਾ ਕੀਤਾ। ਇਸ ਜਨਮ ਦੇ ਵਿੱਚ ਤੇਰੀਆਂ ਵੀ ਅੱਖੀਆਂ ਨਹੀਂ ਹੈ, ਤੂੰ ਵੀ ਅੰਨਾ। ਗੁਸਤਾਖੀ ਮਾਫ, ਕਿਸੇ ਦੇ ਪ੍ਰੋਪਰ ਪੂਰੇ ਪਾਰਟ ਨਹੀਂ ਸਰੀਰ ਦੇ, ਪਰ ਬੜੀਆਂ ਸਾਖੀਆਂ ਨੇ ਪਿੱਛੇ ਚੱਲ ਜਾ, ਪਿੱਛੇ ਚੱਲ ਜਾ, ਇਹ ਤੇਰੀ ਹੀ ਕਰਨੀ ਦਾ ਤੈਨੂੰ ਫਲ ਮਿਲ ਰਿਹਾ, ਕਿਸੇ ਨੂੰ ਦੋਸ਼ ਨਾ ਦੇਈ। ਇੱਕ ਮਾਂ ਦੇ ਪੇਟ ਚੋਂ 4 ਬੱਚੇ ਜੰਮਦੇ ਨੇ, ਚਾਰੇ ਸਹੀ ਨਹੀਂ ਹੁੰਦੇ। ਕਈ ਵਾਰ ਇੱਕ ਜਿਹੜਾ ਉਹ ਪੰਗ ਹੋ ਜਾਂਦਾ, ਦਿਮਾਗੀ ਸੰਤੁਲਨ ਖਰਾਬ ਹੋ ਜਾਂਦਾ, ਬਹਾਨਾ ਲੱਗ ਜਾਂਦਾ ਵੀ ਆਹ ਹੋ ਗਿਆ ਉਹ ਹੋ ਗਿਆ, ਖੁਰਾਕ ਵੀ ਉਹੀ ਖਾਧੀ ਔਰ ਉਸੇ ਤਰ੍ਹਾਂ ਸਭ ਕੁਝ ਕੀਤਾ, ਫਿਰ ਕੀ ਹੋ ਗਿਆ, ਇਹ ਕਰਮੀ ਆਪੋ ਆਪਣੀ। ਤੇ ਕ੍ਰਿਸ਼ਨ ਮਹਾਰਾਜ ਜੀ ਨੂੰ ਕਹਿੰਦੇ ਹੁਣ ਦੱਸੋ ਹੋਰ। ਕਹਿੰਦੇ ਬਈ ਤੂੰ ਅੰਨਾ ਕੀਤਾ ਸੱਪਾਂ ਨੂੰ ਤੇ ਅੰਨਾ ਬਣ ਗਿਆ ਹੈ, ਤੇ ਤੂੰ ਉਹ ਲਗਭਗ ਕਈ ਗਿਣਤੀ ਦੇ ਵਿੱਚ ਉਹਨਾਂ ਨੂੰ ਮੌਤ ਦੇ ਘਾਟ ਸੱਪ ਦੇ ਸਪੋਲੀਆਂ ਨੂੰ ਉਤਾਰਿਆ। ਤੇ ਇਹ ਕੀ ਬਣ ਗਏ, ਇਹ ਤੇਰੇ ਪੁੱਤਰ ਬਣ ਕੇ ਆ ਗਏ। ਤੇ ਜਿਹੜਾ ਤੂੰ ਪੁੰਨ ਕਮਾਇਆ ਨਾ, ਲੋਕਾਂ ਨੂੰ ਸਹੀ ਕੀਤਾ, ਉਹਦਾ ਤੈਨੂੰ ਰਾਜ ਭਾਗ ਮਿਲ ਗਿਆ, ਗੱਦੀਆਂ ਮਿਲ ਗਈਆਂ। ਹੁਣ ਤੂੰ ਦੱਸ, ਭਗਤ ਕਬੀਰ ਜੀ ਪਤਾ ਕੀ ਕਹਿੰਦੇ ਨੇ, ਜੋ ਸਭ ਮੈਂ ਏਕ ਖੁਦਾਏ ਕਹਿਤ ਹਾਂ ਤੋ ਕਿਉਂ ਮੁਰਗੀ ਮਾਰੇ। ਇਹ ਮੈਂ ਨਹੀਂ ਕਿਹਾ, ਜਿਹੜੇ ਆਪਣੀ ਜ਼ਿੰਦਗੀ ਦੇ ਵਿੱਚ ਵੱਢ ਵੱਢ ਕੇ ਜੀਵਾਂ ਨੂੰ ਸਤਸੰਗ ਜੀ ਖਾਂਦੇ ਨੇ, ਮੈਂ ਨਹੀਂ ਕਹਿੰਦਾ। ਬਾਣੀ ਦੇ ਵਿੱਚ ਲਿਖਿਆ ਹੋਇਆ, ਇੱਕ ਬੁੱਕ ਛਪੀ ਹੈ, ਲੇਖਾ ਕਿਵੇਂ ਦੇਣਾ ਪੈਂਦਾ। ਜੇ ਮੈਂ ਮਾਸ ਤੇ ਬੋਲਣ ਲੱਗ ਪਿਆ ਤੇ ਅੱਧਿਆਂ ਨੇ ਉੱਠ ਕੇ ਚਲੇ ਜਾਣਾ, ਅੱਧਿਆਂ ਨੇ ਬਾਹਰ ਮੈਨੂੰ ਗਾਲਾਂ ਵੀ ਕੱਢਣੀਆਂ ਸ਼ੁਰੂ ਕਰ ਦੇਣੀਆਂ ਵੀ ਇਹ ਵੱਡਾ ਵੈਸ਼ਨੋ ਆਇਆ। ਸੱਚੀ ਗੱਲ ਹੈ। ਤੇ ਮੇਰੇ ਕੋਲ ਇੱਕ ਬੁੱਕ ਪਈ ਹੈ ਜਿਹਦੇ ਵਿੱਚ ਬਾਣੀ ਦੀਆਂ ਪਤਾ ਨਹੀਂ ਕਿੰਨੀਆਂ ਕੁ ਪੰਕਤੀਆਂ, ਜਿਹੜਾ ਕਿਸੇ ਜੀਵ ਨੂੰ ਮਾਰਦਾ ਉਹਨੂੰ ਲੇਖਾ ਦੇਣਾ ਪੈਂਦਾ। ਗੁਰੂ ਮਹਾਰਾਜ ਜੀ ਦੇ ਨੇ ਚੋਲੇ ਦੇ ਨਾਲ ਲੱਗ ਕੇ ਫੁੱਲ ਟੁੱਟ ਕੇ ਡਿੱਗ ਗਿਆ। ਮਹਾਰਾਜ ਜੀ ਦੇ ਨਾ ਚੋਲੇ ਦੇ ਨਾਲ ਲੱਗ ਕੇ ਫੁੱਲ ਸੋਹਣਾ ਟੁੱਟ ਕੇ ਡਿੱਗ ਗਿਆ। ਤੇ ਮਹਾਰਾਜ ਜੀ ਨੇ ਤਾੜਨਾ ਕੀਤੀ ਸੀ, ਕਹਿੰਦੇ ਜੇ ਮਹਾਰਾਜ ਨੇ ਇੰਨੇ ਸੋਹਣੇ ਚੋਗੇ ਚੋਲੇ ਦਿੱਤੇ, ਇਹਨਾਂ ਨੂੰ ਸੰਭਾਲ ਕੇ ਰੱਖਣਾ ਭਾਈ। ਇਸ ਚੋਲੇ ਨਾਲ ਖਹਿ ਕੇ ਕੋਈ ਫੁੱਲ ਵੀ ਟਾਹਣੀ ਤੋਂ ਟੁੱਟੇ ਤੇ ਇਹ ਗਲਤ ਹੈ। ਕਿਸੇ ਦਾ ਗਲ ਵੱਢਣਾ ਤੇ ਫਿਰ ਕਿਵੇਂ ਜਾਇਜ਼ ਹੋਇਆ, ਜਾਇਜ਼ ਹੋਇਆ। ਜੀ ਜੋ ਮਾਰੇ ਜ਼ੋਰ ਕਰ ਕਹਤੇ ਹੈ ਜੋ ਹਲਾਲ, ਦਫ਼ਤਰ ਦਈ ਜਬ ਕਾਢ ਦੇ ਤਬ ਹੋਏਗੋ ਕੌਣ ਹਵਾਲ। ਇਹ ਬਾਣੀ ਵਿੱਚ ਲਿਖਿਆ, ਇਹ ਬਾਣੀ ਵਿੱਚ ਲਿਖਿਆ, ਬਾਣੀ ਵਿੱਚ ਲਿਖਿਆ, ਬਾਣੀ ਵਿੱਚ ਲਿਖਿਆ। ਵਿਸ਼ਾ ਹੋਰ ਪਾਸੇ ਜਾ ਰਿਹਾ ਹੈ। ਸੋ ਸਾਡੇ ਭਾਰਤੀਆਂ ਦੇ ਵਿੱਚ ਇੱਕ ਪ੍ਰਥਾ ਚੱਲਦੀ ਹੈ, ਪ੍ਰਥਾ ਚੱਲਦੀ ਹੈ ਸਤਸੰਗ ਜੀ, ਬਲੀ ਦੀ ਪ੍ਰਥਾ। ਇਹ ਤਬਦੀਲ ਹੋ ਕੇ ਪਤਾ ਕਾਹਦੇ ਵਿੱਚ ਆ ਗਈ, ਨਾਰੀਅਲ ਵਿੱਚ। ਭੰਨ ਦੇ ਸਿਰ ਕੱਟ ਕੇ ਬੱਕਰੇ ਦਾ
ਮੱਝ ਦਾ, ਡੰਗਰ ਦਾ, ਪਸ਼ੂ ਦਾ ਅਜੇ ਵੀ ਕਈ ਮੰਦਰਾਂ ਦੇ ਵਿੱਚ ਤਰ੍ਹਾਂ ਚੱਲਦਾ, ਉਹ ਸਾਹਮਣੇ ਰੱਖ ਦਿੰਦਾ ਜਾਂਦਾ ਸੀ ਔਰ ਉਹਦੇ ਨਾਲ ਕਹਿੰਦੇ ਵੀ ਉਹ ਖੁਸ਼ ਹੋ ਗਿਆ। ਪਰ ਜੀ ਜੋ ਮਾਰੇ ਜ਼ੋਰ ਕਰ, ਸਾਨੂੰ ਹੱਕ ਨਹੀਂ ਕਿਸੇ ਦਾ ਜੀਵਨ ਖੋਹਣ ਦਾ। ਕਿਉਂਕਿ ਦੇਖੋ ਅਸੀਂ ਜਿਵੇਂ ਹਾਂ, ਜਿਵੇਂ ਸਾਡੇ ਅੰਦਰ ਮਮਤਾ ਹੈ ਨਾ ਆਪਣੇ ਬੱਚਿਆਂ ਪ੍ਰਤੀ, ਤੁਸੀਂ ਇੱਦਾਂ ਹੀ ਕਰ ਲਓ। ਛੋਟੀ ਜਿਹੀ ਉਦਾਹਰਨ ਦੇਣਾ, ਇੱਕ ਨਵੀਂ ਜੰਮੀ ਕਿਸੇ ਕੋਈ ਵੱਛੀ ਹੈ ਜਾਂ ਗਾਂ ਦਾ ਕੋਈ ਬੱਚਾ ਹੈ, ਮੱਝ ਦਾ ਕੋਈ ਬੱਚਾ ਹੈ, ਉਹਨੂੰ ਅੱਖੀਓਂ ਓਲੇ ਕਰਦੇ ਹੋ, ਉਹਦਾ ਦੁੱਧ ਹੀ ਨਹੀਂ ਨਿਕਲਦਾ, ਦੁੱਧ ਨਹੀਂ ਉਤਰਦਾ, ਉਹ ਬੱਚੇ ਦੇ ਵਿਛੋੜੇ ਨੂੰ ਫੀਲ ਕਰਦੀ ਹੈ। ਜਾਨਵਰ ਫੀਲਿੰਗ ਲੈਂਦੇ ਨੇ, ਰੋਂਦੇ ਵੀ ਨੇ, ਪਰ ਸਾਨੂੰ ਨਹੀਂ ਲੱਗਦਾ। ਅਸੀਂ ਕਹਿੰਦੇ ਸ਼ਾਇਦ ਸਾਨੂੰ ਹੀ ਫੀਲਿੰਗ ਆਉਂਦੀ ਹੈ, ਜਾਨਵਰਾਂ ਨੂੰ ਵੀ ਫੀਲਿੰਗ ਆਉਂਦੀ ਹੈ। ਔਰ ਜਾਨਵਰ ਦਾ ਬੱਚਾ ਦੂਰ ਲੈ ਕੇ ਕੋਈ ਚਲਾ ਜਾਏ ਤੇ ਦੁੱਧ ਨਹੀਂ ਦਿੰਦੀ ਉਹ ਮੱਝ, ਉਹ ਗਾਂ ਉਸ ਦਿਨ, ਕਿਉਂਕਿ ਉਸ ਨੂੰ ਆਪਣੇ ਬੱਚੇ ਦਾ ਵਿਛੋੜਾ ਹੈ। ਮਮਤਾ, ਸਨੇਹ, ਪ੍ਰੇਮ, ਜਾਨਵਰ ਹੋਣ ਚਾਹੇ ਇਨਸਾਨ ਹੋਣ, ਸਾਰਿਆਂ ਦੇ ਵਿੱਚ ਇੱਕੋ ਜਿਹਾ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਜ਼ਿੰਦਗੀ ਦੇ ਵਿੱਚ ਗਿਆਨ ਦਾ ਹੋਣਾ ਬਹੁਤ ਜ਼ਰੂਰੀ ਹੈ। ਅਗਿਆਨਤਾ ਦੇ ਵਿੱਚ ਕੀਤੇ ਕਰਮ ਦੀ ਵੀ ਸਜ਼ਾ ਮਿਲੇਗੀ। ਧਿਆਨ ਦੇਣਾ, ਬਾਣੀ ਵਿੱਚ ਲਿਖਿਆ, ਨਰ ਅਚੇਤ ਪਾਪ ਤੇ ਡਰ ਰਹੇ, ਨਰ ਅਚੇਤ ਪਾਪ ਤੇ ਡਰ ਰਹੇ। ਜਿਹੜਾ ਤੈਨੂੰ ਚਿੱਤੇ ਨਹੀਂ, ਜਿਹਦੇ ਬਾਰੇ ਤੈਨੂੰ ਗਿਆਨ ਨਹੀਂ ਹੈ ਚੰਗਾ ਕਿ ਬੁਰਾ, ਉਹਦੀ ਵੀ ਤੈਨੂੰ ਜਿਹੜੀ ਕਿਸੇ ਦੇ ਮਾਰੀ ਹੋਈ ਸੂਲ ਜਿਹੜੀ ਹੈ ਨਾ, ਸੂਲੀ ਬਣ ਗਈ ਸੀ, ਸੂਲੀ ਬਣ ਗਈ ਸੀ, ਕਿਸੇ ਦੇ ਮਾਰੀ ਹੋਈ ਸੂਲ ਕਹਿੰਦੇ ਸੂਲੀ ਬਣ ਗਈ ਸੀ। ਤੇ ਹੁਣ ਤੂੰ ਦੇਖ ਪਈ ਤੇਰੇ ਕਰਮ 24 ਘੰਟਿਆਂ ਵਿੱਚ ਕੈਸੇ ਚੱਲਦੇ ਨੇ। ਜਿਨ੍ਹਾਂ ਅੱਖੀਆਂ ਦੇ ਨਾਲ ਅਸੀਂ ਸਤਸੰਗ ਜੀ ਗਲਤ ਤੱਕਦੇ ਹਾਂ, ਇਹਦੇ ਵਿੱਚ ਕਿਤੇ ਅੰਮ੍ਰਿਤ ਦੇ ਛਿੱਟੇ ਨਹੀਂ ਪੈਣੇ, ਇਹਦੇ ਵਿੱਚ ਜਮਣ ਨੇ ਫਿਰ ਸਤਸੰਗ ਜੀ ਸੂਲਾਂ ਹੀ ਦੇਣੀਆਂ ਹਨ। ਕਿਉਂਕਿ ਪਰਤਰੈ ਰੂਪ ਨਾ ਪੇਖੇ ਨੇਤਰ, ਜੇ ਕਿਸੇ ਦੀ ਚਮੜੀ ਨੂੰ ਦੇਖ ਕੇ ਕਲਪਨਾ ਹੋ ਗਈ ਸ਼ੁਰੂ, ਬਣ ਗਿਆ ਕਰਮ। ਜੇ ਕਿਸੇ ਨੂੰ ਦੇਖ ਕੇ ਹੋ ਗਈ ਨਿੰਦਿਆ ਸ਼ੁਰੂ, ਬਣ ਗਿਆ ਕਰਮ। ਜੇ ਕਿਸੇ ਨੂੰ ਦੇਖ ਕੇ ਕੁਝ ਗਲਤ ਬੋਲਣਾ ਕਰ ਦਿੱਤਾ ਸ਼ੁਰੂ, ਚਾਹੇ ਪਿੱਠ ਪਿੱਛੇ ਤੇ ਚਾਹੇ ਮੂੰਹ ਤੇ, ਇਹ ਵੀ ਬਣ ਗਿਆ ਕਰਮ। ਸੋ ਇਹਨਾਂ ਕਰਮਾਂ ਦਾ ਲੇਖਾ ਮਹਾਰਾਜ ਜੀ ਕਹਿੰਦੇ ਦੇਣਾ ਪੈਂਦਾ। ਤੇ ਗੁਰੂ ਪਾਤਸ਼ਾਹ ਜੀ ਦੀ ਪੰਕਤੀ ਚੱਲ ਰਹੀ ਹੈ, ਜਿਹਨਾਂ ਨੂੰ ਫਟਕਾਰ ਜਿਹੜੇ ਪਹਿਲਾਂ ਹੀ ਫਟਕਾਰੇ ਹੋਏ ਨੇ ਕਰਮਾਂ ਕਰਕੇ, ਉਹਨੂੰ ਸਤਿਗੁਰ ਕੀ ਕਰੇ, ਸਤਿਗੁਰ ਕੀ ਕਰੇ। ਧੁਰ ਮਾਰੇ ਪੂਰੇ ਸਤਿਗੁਰੂ ਛੇਈ, ਹੁਣ ਸਤਿਗੁਰ ਮਾਰੇ। ਹੁਣ ਕੀ ਕਰਨ ਸਤਿਗੁਰੂ ਮਹਾਰਾਜ ਜੀ ਕਹਿੰਦੇ, ਫਿਰ ਜਿੱਦਾਂ ਪ੍ਰਮਾਤਮਾ ਜਿਨ ਮਸਤਕ ਧੁਰ ਹਰ ਲਿਖਿਆ ਤਿਨਾ ਸਤਿਗੁਰ ਮਿਲਿਆ ਰਾਮ ਰਾਜੇ। ਕਰਮਾਂ ਭਾਗਾਂ ਦੇ ਵਿੱਚ ਹੋਵੇ ਤੇ ਸਤਿਗੁਰ ਮਿਲਦਾ, ਤੇ ਜੇ ਕਰਮਾਂ ਦੇ ਵਿੱਚ ਕਰਮ ਹੀ ਇੰਨੇ ਮਾੜੇ ਕੀਤੇ ਹੋਣ, ਕਰਮ ਹੀ ਇੰਨੇ ਮਾੜੇ ਕੀਤੇ ਹੋਣ, ਤੇ ਸਤਿਗੁਰ ਪਹਿਲਾਂ ਕੀ ਕਰੇ। ਪਰ ਅਗਲੀ ਪੰਕਤੀ ਵਿੱਚ ਮਹਾਰਾਜ ਜੀ ਕਹਿੰਦੇ ਉਹ ਬਖਸ਼ ਵੀ ਲੈਂਦਾ। ਪਹਿਲਾਂ ਅਗਲੀ ਪੰਕਤੀ ਪੜ੍ਹਦੇ ਆ, ਕਹਿੰਦੇ ਜੇ ਮਿਲਣ ਨੂੰ ਬਹੁ ਤੇਰਾ ਲੋਚੀਏ ਨਾ ਦੇਈ ਮਿਲਣ ਕਰਤਾਰੇ। ਜੇ ਉਹ ਸਤਿਗੁਰ ਨੂੰ ਮਿਲਣ ਨੂੰ ਲੋਚਦੇ ਨੇ ਮਹਾਰਾਜ ਜੀ, ਫਿਰ ਵੀ ਉਹਨੂੰ ਕਹਿੰਦੇ ਤੈਨੂੰ ਮੂੰਹ ਨਹੀਂ ਲਾਉਣਾ। ਦੋ ਉਦਾਹਰਨਾਂ ਅਸੀਂ ਆਮ ਲੈਂਦੇ ਹੁੰਦੇ ਹਾਂ, ਸੱਤੇ ਤੇ ਬਲਵੰਡ ਦੀ। ਉਹਨਾਂ ਨੂੰ ਫਟਕਾਰ ਦਿੱਤਾ ਸੀ ਮਹਾਰਾਜ ਜੀ ਕਹਿੰਦੇ ਹੁਣ ਨਾ ਕੋੜੀਓ ਆਇਓ। ਤੇ ਰਾਮ ਰਾਜ ਨੇ ਵੀ ਜਦੋਂ ਬਾਣੀ ਦੀ ਪੰਕਤੀ ਪਲਟੀ ਸੀ ਤੇ ਉਹਨਾਂ ਨੂੰ ਵੀ ਕਹਿ ਦਿੱਤਾ ਮੱਥੇ ਨਾ ਲੱਗਿਓ ਮਹਾਰਾਜ ਜੀ ਨੇ। ਮਹਾਰਾਜ ਜੀ ਕਹਿੰਦੇ ਜੇ ਮਿਲਣ ਨੂੰ ਬਹੁਤ ਤੇਰਾ ਲੋਚੀ ਹੈ, ਜੇ ਉਹ ਕਹਿਣ ਵੀ ਹੁਣ ਸਤਿਗੁਰੂ ਕੋਲ ਜਾਈਏ, ਤੇ ਸਤਿਗੁਰੂ ਜੀ ਕਹਿੰਦੇ ਹੁਣ ਨਾ ਆਇਓ, ਹੁਣ ਨਾ ਸਾਨੂੰ ਆਪਣੀ ਸ਼ਕਲ ਦਿਖਾਇਓ। ਕਿਉਂਕਿ ਐਡਾ ਵੱਡਾ ਕੋਈ ਪਾਪ ਕਰਮ ਜਿਹੜਾ ਹੈ ਕਈ ਵਾਰ ਹੁੰਦਾ ਹੈ, ਉਹ ਮਾਫ ਕਰਨ ਵਾਲਾ ਵੀ ਨਹੀਂ ਹੁੰਦਾ। ਪਰ ਅਗਲੀਆਂ ਪੰਕਤੀਆਂ ਵਿੱਚ ਆ ਰਿਹਾ ਮਹਾਰਾਜ ਜੀ ਨੇ ਮਾਫ ਵੀ ਕਰ ਦੇਣੇ ਨੇ। ਸਤ ਸੰਗਤ ਢੋਈ ਨਾਲ ਲਹਿਣ ਵਿੱਚ ਸੰਗਤ ਗੁਰ ਵਿਚਾਰੇ। ਮਹਾਰਾਜ ਜੀ ਨੇ ਇਹ ਵਿਚਾਰ ਕੀਤੀ ਹੈ, ਉਹਨਾਂ ਨੂੰ ਸਤ ਸੰਗਤ ਦੇ ਵਿੱਚ ਆ ਕੇ ਵੀ ਸ਼ਾਂਤੀ ਨਹੀਂ ਮਿਲੇਗੀ, ਢੋਈ ਨਹੀਂ ਮਿਲੇਗੀ। ਧਿਆਨ ਦੇਣਾ, ਚੋਰ ਬੰਦਾ ਜਿੱਥੇ ਮਰਜੀ ਚਲਾ ਜਾਏ ਉਹ ਡਰਦਾ ਹੀ ਰਹੇਗਾ। ਜਿਸ ਨੇ ਕਤਲ ਕੀਤਾ ਹੋਏਗਾ, ਭਾਵੇਂ ਛੁਪ ਕੇ ਕੀਤਾ ਹੋਏਗਾ ਨਾ, ਰਾਤ ਨੂੰ ਨੀਂਦ ਨਹੀਂ ਉਸ ਨੂੰ ਆਏਗੀ।
ਉਹਨੂੰ ਤੜਫਾਏਗੀ ਉਹ ਯਾਦ, ਉਸਨੂੰ ਉਹ ਸਮਾਂ ਜਿਹੜਾ ਕਿਸੇ ਦੇ ਨਾਲ ਕੋਈ ਗਲਤ ਕਰਮ ਕੀਤਾ ਹੋਏਗਾ, ਉਹਨੂੰ ਸਾਰੀ ਜ਼ਿੰਦਗੀ ਮੌਤ ਤੋਂ ਡਰ ਕਿਹਨੂੰ ਲੱਗਦਾ? ਜਿਹਨੇ ਪੁੱਠੇ ਕਰਮ ਕੀਤੇ ਹੁੰਦੇ ਨੇ, ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ, ਉਹਨਾਂ ਨੂੰ ਮੌਤ ਤੋਂ ਕਾਹਦਾ ਡਰ? ਜਦ ਕਰਮ ਹੀ ਕੋਈ ਐਸਾ ਨਹੀਂ ਮਾਫ ਹੋ ਗਏ, ਜੇ ਅਚਨਚੇਤ ਹੋ ਵੀ ਗਏ, ਜੇ ਬਖਸ਼ ਦਿੱਤੇ ਮਹਾਰਾਜ ਜੀ ਨੇ। ਡਰ ਕਰਮਾਂ ਤੋਂ ਲੱਗਦਾ, ਹੋਰ ਕੋਈ ਮੌਤ ਦਾ ਕਾਹਦਾ ਡਰ ਹੈ? ਵੀ ਪਤਾ ਹੁੰਦਾ ਹੈ ਪੁਲਿਸ ਤੋਂ ਡਰਦਾ ਉਹੀ ਹੈ ਜਿਹਨੇ ਕੋਈ ਕ੍ਰਾਈਮ ਕੀਤਾ ਹੁੰਦਾ, ਉਹਨੂੰ ਪਤਾ ਵੀ ਮੇਰੇ ਤੇ ਆ ਧਾਰਾ ਲੱਗ ਜਾਣੀ ਹੈ, ਜੇ ਮੇਰੇ ਕਤਲ ਦੀ ਆ ਜਿਹੜੀ ਗੁੱਥੀ ਸੁਲਝ ਗਈ ਤੇ ਮੈਨੂੰ ਅਰੈਸਟ ਕਰ ਲੈਣਾ, ਇਸ ਕਰਕੇ ਮੈਂ ਫਿਰ ਨਿਕਲ ਨਹੀਂ ਸਕਦਾ। ਡਰਦਾ ਉਹੀ ਹੈ ਜਿਸ ਨੇ ਪਾਪ ਅਪਰਾਧ ਕੀਤਾ ਹੁੰਦਾ। ਸੋ ਗੁਰੂ ਮਹਾਰਾਜ ਜੀ ਕਹਿੰਦੇ ਕੋਈ ਜਾਏ ਮਿਲੇ ਹੁਣ ਉਹਨਾਂ ਨੂੰ ਤਿਸ ਮਾਰੇ ਜਮ ਜੰਦਾਰੇ। ਪਾਤਸ਼ਾਹ ਜੀ ਕਹਿੰਦੇ ਜੇ ਕੋਈ ਉਹਦਾ ਸਾਥੀ ਬਣ ਕੇ ਉਹਦੀ ਵਿਚੋਲਗੀ ਕਰੇ, ਲਓ ਜੀ ਕੋਈ ਗੱਲ ਨਹੀਂ, ਇਹ ਬੰਦਾ ਚੰਗਾ, ਕਈ ਵਾਰ ਉਹਨੂੰ ਵੀ ਦਬਕਾ ਪੈ ਜਾਂਦਾ। ਤੈਨੂੰ ਜ਼ਿਆਦਾ ਪਤਾ, ਜਦੋਂ ਕੋਈ ਕਹਿੰਦਾ ਵੀ ਮੈਂ ਇਹਦੀ ਜ਼ਿੰਮੇਵਾਰੀ ਲੈਂਦਾ, ਉਹ ਸਾਹਮਣੇ ਵਾਲਾ ਬੰਦਾ ਕਹਿੰਦਾ ਦੇਖ ਲਈ, ਜਿਹੜਾ ਜੰਮ ਨਹੀਂ ਭਰਦਾ ਨਾ ਉਹਨੂੰ ਕਹਿੰਦੇ ਜਾਂ ਦੇ ਜਾਂ ਦਵਾ। ਜਾਮਨੀ ਭਰਨੀ ਸੌਖੀ ਨਹੀਂ। ਰੱਬ ਦੀ ਦਰਗਾਹ ਦੇ ਵਿੱਚ ਜੇ ਕੋਈ ਜਾਮਨੀ ਕਿਸੇ ਦੀ ਭਰੇ ਤੇ ਉਹਦਾ ਲੇਖਾ ਤੈਨੂੰ ਫਿਰ ਦੇਣਾ ਪੈਣਾ, ਜਾਂ ਦੇ ਜਾਂ ਦਵਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਕੋਈ ਜਾਏ ਮਿਲੇ ਹੁਣ ਉਹਨਾਂ ਨੂੰ ਤਿਸ ਮਾਰੇ ਜਮ ਜੰਦਾਰੇ। ਜਮ ਜਿਹੜੇ ਨੇ ਉਹ ਫਿਰ ਉਹਦੀ ਸਪੋਰਟ ਕਰਨ ਵਾਲੇ ਨੂੰ ਵੀ ਉਹ ਲਾਈਕ ਨਹੀਂ ਕਰਦੇ ਜਾਂ ਉਹਨਾਂ ਦੀ ਗੱਲ ਮਨਜ਼ੂਰ ਨਹੀਂ ਕਰਦੇ। ਸੋ ਗੁਰ ਬਾਬੇ ਫਿੱਟ ਕੇ ਸੇ ਫਿੱਟੇ, ਗੁਰ ਅੰਗਦ ਕੀਤੇ ਕੂੜਿਆਰੇ। ਪਾਤਸ਼ਾਹ ਜੀ ਫਰਮਾਨ ਕਰਦੇ ਨੇ ਜਿਹੜੇ ਫਟਕਾਰੇ ਹੋਏ ਸੀ ਗੁਰੂ ਪਾਤਸ਼ਾਹ ਦੇ, ਉਹ ਅੱਗੇ ਤੋਂ ਅੱਗੇ, ਜਿਵੇਂ ਗੁਰੂ ਨਾਨਕ ਤੋਂ ਬਾਅਦ ਗੁਰੂ ਅੰਗਦ ਪਾਤਸ਼ਾਹ ਜੀ ਦੀ ਗੱਦੀ ਚੱਲੀ ਹੈ, ਜਾਂ ਅਸੀਂ ਹੋਰ ਵੱਡੀ ਉਦਾਹਰਨ ਲੈਂਦੇ ਹਾਂ ਬਾਬਰ ਕੇ, ਮਤਲਬ ਜਿਹੜੇ ਮੁਗਲ ਸਲਤਨਤ ਦੇ ਰਾਜੇ ਸੀ, ਉਹ ਫਟਕਾਰੇ ਗਏ ਤੇ ਉਹਨਾਂ ਨੂੰ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਵੀ ਹਮਾਂਜੂ ਨੂੰ ਵਚਨ ਕੀਤਾ ਸੀ। ਉਹ ਹਮਾਂਜੂ ਤੂੰ ਫਕੀਰ ਦੇ ਉੱਪਰ ਤਲਵਾਰ ਚੁੱਕਦਾ, ਕਨੌਜ ਦੇ ਮੈਦਾਨ ਵਿੱਚ ਸ਼ੇਰ ਸ਼ਾਹ ਸੂਰੀ ਦੇ ਅੱਗੇ ਇੱਕ ਕਿਰਪਾਨ ਤੇਰੇ ਕੋ ਚੁੱਕੀ ਨਹੀਂ ਗਈ ਤੇ ਮੇਰੇ ਤੇ ਚੁੱਕਦਾ ਇੱਕ ਫਕੀਰ ਤੇ ਜਿਸ ਦੇ ਹੱਥ ਵਿੱਚ ਤੇਰੇ ਬਰਾਬਰ ਤਲਵਾਰ ਨਹੀਂ ਹੈ। ਉਦੋਂ ਤਲਵਾਰ ਤੇਰੀ ਕਿੱਥੇ ਗਈ ਸੀ ਜਦ ਕਨੌਜ ਦੇ ਮੈਦਾਨ ਵਿੱਚ ਸ਼ੇਰ ਸ਼ਾਹ ਸੂਰੀ ਦੇ ਅੱਗੇ ਸੁੱਟ ਦਿੱਤੀ ਸੀ ਤੂੰ? ਇੱਥੇ ਦਲੇਰੀ ਦਿਖਾਉਣਾ, ਦਲੇਰੀ ਉੱਥੇ ਦਿਖਾਉਣੀ ਸੀ ਜੰਗ ਦੇ ਮੈਦਾਨ ਦੇ ਵਿੱਚ। ਮਾਰੇ ਕਹਿੰਦੇ ਗੁਰ ਬਾਬੇ ਫਿੱਟ ਗਏ ਛੇ ਫਿੱਟੇ, ਗੁਰੂ ਅੰਗਦ ਕੀਤੇ ਕੁੜਿਆਰੇ। ਗੁਰੂ ਤੀਜੀ ਪੀੜ੍ਹੀ ਵਿਚਾਰਿਆ ਕਿਆ ਹਾਥੇ ਨਾ ਵਿਚਾਰੇ। ਗੁਰੂ ਤੀਜੇ ਪਾਤਸ਼ਾਹ ਜੀ ਜਦੋਂ ਗੱਦੀ ਤੇ ਬੈਠੇ ਸੀ ਤੇ ਅਕਬਰ ਦੇ ਮਨ ਵਿੱਚ ਥੋੜਾ ਜਿਹਾ ਪ੍ਰੇਮ ਜਾਗਿਆ ਸੀ, ਇਹ ਦਰਸ਼ਨ ਕਰਨ ਆਇਆ ਸੀ ਗੁਰੂ ਮਹਾਰਾਜ ਜੀ ਦੇ, ਤੇ ਇਸ ਨੇ ਨਾ ਇੰਪ੍ਰੈਸ ਹੋ ਕੇ, ਪ੍ਰਭਾਵਿਤ ਹੋ ਕੇ ਇਹ ਵੀ ਕਹਿ ਦਿੱਤਾ ਸੀ ਕੋਈ ਜਗੀਰ, ਕੋਈ ਧਨ ਲੰਗਰ ਦੇ ਨਾਂ ਤੇ ਮੈਂ ਲਾ ਦਿਆਂ। ਗੁਰੂ ਅਮਰਦਾਸ ਜੀ ਕਹਿੰਦੇ ਨਹੀਂ, ਇਹ ਸੰਗਤਾਂ ਦੇ ਇੱਕ ਇੱਕ ਪੈਸੇ ਦੇ ਨਾਲ ਗੁਰੂ ਨਾਨਕ ਦੇ ਘਰ ਦਾ ਲੰਗਰ ਚੱਲਦਾ, ਸਾਨੂੰ ਕੋਈ ਜਗੀਰਾਂ ਦੀ ਜ਼ਰੂਰਤ ਨਹੀਂ। ਗੁਰ ਚੌਥੀ ਪੀੜ੍ਹੀ ਟਿਕਿਆ ਤਿੰਨ ਨਿੰਦਕ ਦੁਸ਼ਟ ਸਭ ਤਾਰੇ। ਜਾਂ ਇੱਥੇ ਇੱਕ ਹੋਰ ਵੀ ਉਦਾਹਰਨ ਅਸੀਂ ਲੈ ਸਕਦੇ ਹਾਂ। ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਗੁਰਗੱਦੀ ਤੇ ਬੈਠੇ ਤੇ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਜਿਹੜੇ ਨੇ ਉਹ ਬੜੇ ਦੁਖੀ ਹੋਏ, ਇੰਨੇ ਗੁੱਸੇ ਵਿੱਚ ਆਏ ਵੀ ਮਹਾਰਾਜ ਜੀ ਦੇ 72 ਸਾਲ ਦੇ ਬਜ਼ੁਰਗ ਨੂੰ ਤਖਤ ਦੇ ਬੈਠਿਆਂ ਤੋਂ ਪੈਰ ਦੇ ਨਾਲ ਜ਼ੋਰ ਨਾਲ ਠੁੱਡਾ ਮਾਰਦੇ ਨੇ। ਭਾਈ ਦਾਤੂ ਜੀ ਇੰਨੀ ਜ਼ੋਰ ਨਾਲ ਠੁੱਡਾ ਮਾਰਦੇ ਨੇ, ਗੁਰੂ ਅਮਰਦਾਸ ਮਹਾਰਾਜ ਜੀ ਨੂੰ ਆਪ ਬਚਨ ਵੀ ਬੋਲਦੇ ਨੇ, ਕਹਿੰਦੇ ਇੱਥੋਂ ਚਲੇ ਜਾਓ, ਨਿਕਲ ਜਾਓ, ਸਾਡੇ ਘਰ ਦੇ ਵਿੱਚ ਤੁਸੀਂ ਕਬਜ਼ਾ ਕਰ ਲਿਆ, ਆਹ ਕਰ ਲਿਆ, ਉਹ ਕਰ ਲਿਆ, ਤੁਹਾਡਾ ਕੋਈ ਹੱਕ ਨਹੀਂ। ਗੁਰੂ ਅਮਰਦਾਸ ਗੁਰੂ ਤੀਜੀ ਪੀੜ੍ਹੀ ਵਿਚਾਰਿਆ ਕਿਆ ਹਾਥੀ ਨਾ ਵਿਚਾਰੇ। ਗੁਰੂ ਮਹਾਰਾਜ ਜੀ ਨੇ ਫਿਰ ਵੀ ਉਹਨਾਂ ਨੂੰ ਬਖਸ਼ ਲਿਆ। ਮਹਾਰਾਜ ਜੀ ਕਹਿੰਦੇ ਕੋਈ ਗੱਲ ਨਹੀਂ ਮੇਰੇ ਸਤਿਗੁਰੂ ਦੇ ਫਰਜ਼ੰਦ ਪੁੱਤਰੋ, ਇਹ ਤੁਹਾਡਾ ਕੋਈ ਕਸੂਰ ਨਹੀਂ, ਮੇਰਾ ਹੀ ਕਸੂਰ ਹੈ, ਮੈਨੂੰ ਹੱਕ ਹੀ ਕੋਈ ਨਹੀਂ, ਮੈਨੂੰ ਕੀ ਹੱਕ ਇੱਥੇ ਬੈਠਣ ਦਾ, ਇਸ ਕਰਕੇ ਇਹ ਤੁਹਾਡਾ ਘਰ ਹੈ, ਕੋਈ ਗੱਲ ਨਹੀਂ ਤੁਸੀਂ ਸੰਭੋ। ਔਰ ਮਹਾਰਾਜ ਜੀ ਨੇ ਨਿਮਰਤਾ ਵਿੱਚ ਆਖਿਆ ਸੀ ਭਾਈ ਦਾਤੂ ਨੂੰ, ਮੇਰੇ ਗੁਰੂ ਦੇ ਸੋਹਣੇ ਸੁਪੁੱਤਰ, ਬਹੁਤ ਸੋਹਣਾ ਤੇਰਾ ਸਰੀਰ ਹੈ, ਕੋਮਲ ਸਰੀਰ ਹੈ, ਮੈਂ ਤੇ ਬੁੱਢਾ ਹੋ ਗਿਆ, ਹੱਡ ਮੇਰੇ ਨਿਕਲ ਆਏ ਨੇ, ਮਾਸ ਢਿਲਕ ਚੁੱਕਾ ਹੈ, ਉਹ ਮੇਰੇ ਬੁੱਢੇ ਹੱਡਾਂ ਦੇ ਵਿੱਚ ਲੱਗ ਕੇ ਆਪ ਜੀ ਦੇ ਕੋਮਲ ਚਰਨਾਂ ਤੇ ਸੱਟ ਤੇ ਨਹੀਂ ਲੱਗੀ। ਗੁਰੂ ਤੀਜੀ ਪੀੜ੍ਹੀ ਵਿਚਾਰਿਆ ਕਿਆ ਹਾਥੀ ਨਾ ਵਿਚਾਰੇ। ਗੁਰੂ ਦਇਆਲੂ ਵੀ ਹੈ, ਦਇਆ ਭਾਵਨਾ ਵਿੱਚ ਆ ਜਾਂਦੇ ਨੇ। ਗੁਰੂ ਚੌਥੀ ਪੀੜ੍ਹੀ ਟਿਕਿਆ ਤਿੰਨ ਨਿੰਦਕ ਦੁਸ਼ਟ ਸਭ ਤਾਰੇ।
ਭਾਈ ਜੇਠਾ ਜੀ ਦੇ ਨਾਲ, ਮਤਲਬ ਗੁਰੂ ਰਾਮਦਾਸ ਸੋਢੀ ਪਿਤਾ ਦੇ ਨਾਲ ਵੀ ਇਸੇ ਤਰ੍ਹਾਂ ਈਰਖਾ ਹੁੰਦੀ ਰਹੀ। ਆਖਰੀ ਪੰਕਤੀਆਂ, ਕੋਈ ਪੁੱਤ ਸਿੱਖ ਸੇਵਾ ਕਰੇ ਸਤਿਗੁਰ ਕੀ। ਜਿਹੜਾ ਗੁਰੂ ਦੀ ਸੇਵਾ ਕਰਦਾ ਉਹੀ ਪੁੱਤ ਹੈ। ਭਾਈ ਦਾਤੂ ਤੇ ਦਾਸੂ ਜਿਹੜੇ ਨੇ ਗੁਰੂ ਅੰਗਦ ਦੇਵ ਜੀ ਦੇ ਪੁੱਤ ਨੇ, ਪਰ ਪੁੱਤ ਬਣੇ ਨਹੀਂ ਕਿਉਂਕਿ ਆਗਿਆ ਦੀ ਪਾਲਣ ਨਹੀਂ ਕੀਤੀ। ਪੁੱਤ ਕਿਹਨੂੰ ਬਣਾ ਲਿਆ? ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ, ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਲਹਿਣੇ ਨੂੰ, ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਪੁੱਤਰਾਂ ਨੂੰ ਛੱਡ ਤੇ ਪੁੱਤਰ ਸੱਚਮੁੱਚ ਬਣਾ ਲਿਆ ਭਾਈ ਜੇਠਾ ਜੀ ਨੂੰ। ਇਸ ਕਰਕੇ ਕੋਈ ਵੀ ਜਿਹੜਾ ਸੇਵਾ ਕਰਦਾ ਹੈ ਗੁਰੂ ਦਾ ਪੁੱਤ ਹੈ। ਕੋਈ ਪੁੱਤ ਸਿੱਖ ਸੇਵਾ ਕਰੇ ਸਤਿਗੁਰ ਕੀ, ਤਿਸ ਕਾਰਜ ਸਭ ਸਵਾਰੇ। ਗੁਰੂ ਸਾਰੇ ਉਹਨਾਂ ਦੇ ਕਾਰਜ ਸਵਾਰਦਾ, ਜੋ ਇੱਛੇ ਸੋ ਫਲ ਪਾਏ ਸੀ। ਪੁੱਤ ਧਨ ਲక్ష్ਮੀ ਖੜ ਮੇਲੇ ਹਾਰ ਨਿਸਤਾਰੇ। ਮਹਾਰਾਜ ਜੀ ਫਰਮਾਨ ਕਰਦੇ ਨੇ, ਪੁੱਤਰ ਧਨ ਲక్ష్ਮੀ ਕੋਈ ਵੀ ਜਿਹੜੀ ਚੀਜ਼ ਹੈ ਉਸ ਨੂੰ ਪ੍ਰਾਪਤ ਹੁੰਦੀ ਹੈ, ਜੋ ਇੱਛੇ ਸੋ ਫਲ ਪਾਏ ਸੀ। ਪੁੱਤਰ ਧਨ ਮਤਲਬ ਧਨ ਜਿਹੜਾ ਧਨ ਪਦਾਰਥ ਪੈਸਾ ਰੁਪਈਆ, ਲక్ష్ਮੀ ਖੜ ਮੇਲੇ ਹਰ ਨਿਸਤਾਰੇ। ਤੇ ਮਹਾਰਾਜ ਜੀ ਇਹ ਸਭ ਕੁਝ ਦੇਣ ਤੋਂ ਬਾਅਦ ਉਹਨਾਂ ਨੂੰ ਆਪਣੇ ਨਾਲ ਵੀ ਮਿਲਾ ਲੈਂਦਾ। ਸਭ ਨਿਧਾਨ ਸਤਿਗੁਰ ਵਿੱਚ, ਸਾਰੇ ਖਜ਼ਾਨੇ ਸਾਰੀ ਬਰਕਤ ਗੁਰੂ ਦੇ ਅੰਦਰ ਸਾਰੀ ਸਮਾਈ ਹੋਈ ਹੈ। ਜਿਸ ਅੰਦਰ ਹਰ ਔਰ ਧਾਰੇ, ਜਿਸ ਦੇ ਅੰਦਰ ਪ੍ਰੇਮ ਭਾਵਨ ਹੈ ਉਹਨੂੰ ਇਹ ਮਿਲ ਜਾਂਦੀ ਹੈ। ਸੋ ਪਾਏ ਪੂਰਾ ਸਤਿਗੁਰੂ ਜਿਸ ਲਿਖਿਆ ਲਿਖਤ ਲਿਲਾਰੇ। ਉਹਨਾਂ ਮਨੁੱਖਾਂ ਨੂੰ ਹੀ ਮਿਲਦੀ ਹੈ ਜਿਨ੍ਹਾਂ ਦੇ ਭਾਗ ਚੰਗੇ ਨੇ। ਅਸੀਂ ਕਵਾਂਗੇ ਵੀ ਸਾਡੇ ਭਾਗ ਨਹੀਂ ਚੰਗੇ, ਜੇ ਨਹੀਂ ਮਿਲ ਰਹੀ ਤੇ ਨਹੀਂ ਚੰਗੇ। ਜੇ ਵਸਤੂ ਮਿਲ ਰਹੀ ਹੈ, ਜੇ ਜੈ ਜੈਕਾਰ ਹੋ ਰਹੀ ਹੈ, ਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖ ਰਿਹਾ ਤੇ ਸਮਝ ਲੈਣਾ ਵੀ ਗੁਰੂ ਦੀ ਕਿਰਪਾ ਹੈ। ਸੋ ਪਾਏ ਪੂਰਾ ਸਤਿਗੁਰੂ ਜਿਸ ਲਿਖਿਆ ਲਿਖਤ ਲਿਲਾਰੇ। ਜਿਨ੍ਹਾਂ ਦੇ ਭਾਗਾਂ ਦੇ ਵਿੱਚ ਗੁਰੂ ਨੇ ਲਿਖਿਆ ਹੁੰਦਾ ਉਹਨਾਂ ਨੂੰ ਗੁਰੂ ਮਿਲ ਪੈਂਦਾ। ਭਾਗ ਪਤਾ ਕਿੱਦਾਂ ਲਿਖੇ ਜਾਂਦੇ ਨੇ? ਗੁਰੂ ਸਾਡੇ ਕਰਮ ਦੇਖਦਾ ਤੇ ਭਾਗ ਨਾਲ ਹੀ ਲਿਖੀ ਜਾਂਦਾ। ਗੁਰੂ ਸਾਡੇ ਕਰਮ ਦੇਖਦਾ, ਗੁਰੂ ਸਾਡਾ ਪ੍ਰੇਮ ਦੇਖਦਾ, ਸਾਡੀ ਸ਼ਰਧਾ ਦੇਖਦਾ, ਤੇ ਉਹ ਨਾਲ ਹੀ ਲਿਖੀ ਜਾਂਦਾ। ਲਿਖ ਦਿਓ ਆਲ ਪਤਾਲ। ਜਿਵੇਂ ਮਾਤਾ ਸੁਲੱਖਣੀ ਨੂੰ ਦਾਤ ਕਿਧਰੋਂ ਨਹੀਂ ਸੀ ਮਿਲੀ, ਉਹ ਵਾਰ-ਵਾਰ ਆ ਕੇ ਰੋ ਕੇ ਬੇਨਤੀਆਂ ਹੀ ਕਰੀ ਜਾਏ। ਮਹਾਰਾਜ ਜੀ ਕਹਿੰਦੇ, ਤੈਨੂੰ ਆਖਿਆ ਤੇਰੇ ਭਾਗਾਂ ਵਿੱਚ ਕੋਈ ਨਹੀਂ, ਤੇਰੇ ਭਾਗਾਂ ਦੇ ਵਿੱਚ ਕੁੱਖ ਹਰੀ ਹੋਣਾ ਨਹੀਂ ਲਿਖਿਆ, ਉਹ ਹਟੇ ਹੀ ਨਾ। ਮਹਾਰਾਜ ਜੀ ਕਹਿੰਦੇ ਜੁਗਤੀ ਹੈ, ਢੀਠ ਹੋਣਾ ਗੁਰੂ ਦੇ ਅੱਗੇ ਇੱਕ ਜੁਗਤੀ ਹੈ। ਜਦੋਂ ਇਹ ਹੋ ਜਾਏ ਵੀ ਹੁਣ ਕੋਈ ਹੱਲ ਨਹੀਂ ਮੇਰੀ ਮੁਸ਼ਕਲ ਦਾ, ਸਾਰਿਆਂ ਨੇ ਜਵਾਬ ਦੇ ਦਿੱਤਾ ਕੋਈ ਨਹੀਂ ਮੇਰੀ ਮੁਸ਼ਕਲ ਦਾ ਹੱਲ। ਮਹਾਰਾਜ ਜੀ ਕਹਿੰਦੇ ਤੂੰ ਬਸ, ਗੁਰੂ ਵੀ ਭਾਵੇਂ ਤੈਨੂੰ ਜਵਾਬ ਦੇਵੇ, ਤੂੰ ਗੁਰੂ ਦਾ ਪੱਲਾ ਨਾ ਛੱਡੀ। ਜਿਵੇਂ ਕੱਲ ਵੀ ਬੇਨਤੀ ਸ਼ਰਵਣ ਕੀਤੀ ਸੀ, ਪੱਲਾ ਨਹੀਂ ਛੱਡਣਾ। ਗੁਰੂ ਦੇ ਚਰਨਾਂ 'ਚ ਮੱਥਾ ਟੇਕੀ ਜਾਈ, ਟੇਕੀ ਜਾਈ, ਟੇਕੀ ਜਾਈ। ਗੁਰੂ ਦਿਆਲੂ ਹੈ, ਗੁਰੂ ਪਰਖਦਾ ਹੈ, ਗੁਰੂ ਦਿਆਲੂ ਹੈ। ਗੁਰੂ ਦਇਆ ਦੇ ਘਰ ਦੇ ਵਿੱਚ ਆ ਕੇ ਉਹ ਸਾਰੇ ਕਾਰਜ ਸਵਾਰ ਦਿੰਦਾ, ਸਾਰੇ ਹੀ ਕਾਰਜ ਸਵਾਰ ਦਿੰਦਾ। ਵਿਘਨਾਂ ਨੂੰ ਦੂਰ ਕਰ ਦਿੰਦਾ, ਰੁਕਾਵਟਾਂ ਨੂੰ ਦੂਰ ਕਰ ਦਿੰਦਾ। ਵਿਘਨ ਵਿਨਾਸਨ ਸਭ ਦੁੱਖ ਨਾਸਨ। ਸਤਿਗੁਰ ਨਾਮ ਦ੍ਰਿੜਾਇਆ, ਕੋਏ ਪਾਪ ਭਏ ਸਭ ਪਾਵਨ। ਜਨ ਨਾਨਕ ਸੁਖ ਘਰ ਆਇਆ। ਵਿਘਨ ਨਹੀਂ ਰਹਿੰਦੇ, ਪਤਾ ਹੀ ਨਹੀਂ ਵਿਘਨ ਬੁਗਨ ਕਿੱਧਰ ਜਾਂਦੇ ਹਨ। ਗੁਰੂ ਨਾਨਕ, ਤੁਹਾਨੂੰ ਕੰਮ ਕਰਨ ਦੀ ਜ਼ਰੂਰਤ ਨਹੀਂ, ਤੁਹਾਨੂੰ ਕਿਧਰੇ ਜਾਣ ਦੀ ਜ਼ਰੂਰਤ ਨਹੀਂ। ਗੁਰੂ ਨਾਨਕ ਤੁਹਾਡੇ ਤੋਂ ਪਹਿਲਾਂ ਪਹੁੰਚ ਕੇ ਉਹ ਕਾਰਜ ਕਰਦਾ। ਇਹ ਸੱਚੀ ਵਿਚਾਰ ਹੈ। ਦੇਖ ਲਿਓ ਉਹਦੇ ਨਾਲ ਯਾਰੀ ਕੋਈ ਲਾ ਕੇ, ਤੁਹਾਡੇ ਕਾਰਜ ਤੁਹਾਡੇ ਤੋਂ ਪਹਿਲਾਂ ਉੱਥੇ ਪਹੁੰਚ ਕੇ ਅਗਲੇ ਦੇ ਮਨ ਵਿੱਚ ਵਸ ਕੇ ਗੁਰੂ ਸਾਰੇ ਕਾਰਜ ਸਵਾਰਦਾ। ਪਤਾ ਕਦੋਂ? ਇੱਕ ਗੱਲ ਇਹਦੇ ਵਾਸਤੇ ਬੜੀ ਜ਼ਰੂਰੀ ਹੈ। ਧਰ ਜਿਅਰੇ ਏਕ ਟੇਕ ਤੂੰ ਲਾਹੇ ਬਿਡਾਨੀ ਆਸ। ਹੋਰ ਸਾਰੀਆਂ ਇੱਧਰ ਉੱਧਰ ਦੀਆਂ ਜਿਹੜੀਆਂ ਆਸਾਂ ਛੱਡ ਕੇ ਕੇਵਲ ਇੱਕੋ ਥਾਂ ਜੁੜਨਾ, ਇੱਕੋ ਥਾਂ। ਮੇਰੇ ਮਨ ਏਕਸ ਸਿਉ ਚਿਤ ਲਾਏ, ਏਕਸ ਬਿਨ ਸਭ ਧੰਦ ਹੈ। ਸਭ ਮਿਥਿਆ ਮੋਹ ਮਾਏ। ਜਿਹੜਾ ਕੇਵਲ ਇੱਕ ਨਾਲ ਜੁੜਦਾ
ਤੁਸੀਂ ਬੜੀ ਵਾਰ ਸਰਵਣ ਕੀਤਾ, ਜਿਹੜਾ ਥਾਂ ਥਾਂ ਜੁੜਦਾ ਉਹਦੇ ਕਾਰਜ ਨਹੀਂ ਰਾਸ ਹੁੰਦੇ। ਜਿਵੇਂ ਬੰਦਾ ਕਹਿੰਦਾ ਮੈਂ ਤੇ ਉੱਥੋਂ ਵੀ ਅਰਦਾਸ ਕਰਵਾਈ, ਮੈਂ ਤੇ ਉੱਥੇ ਵੀ ਸੇਵਾ ਦਿੱਤੀ, ਮੈਂ ਤੇ ਉੱਥੇ ਵੀ ਸੇਵਾ ਦਿੱਤੀ। ਜਿਵੇਂ ਇੱਕ ਸ਼ਰਾਬ ਪੀਣ ਵਾਲਾ ਵੋਟਰ ਕਾਂਗਰਸੀਆਂ ਕੋਲੋਂ ਵੀ ਪੀ ਆਉਂਦਾ, ਅਕਾਲੀਆਂ ਕੋਲੋਂ ਵੀ ਪੀ ਆਉਂਦਾ, ਆਮ ਆਦਮੀ ਪਾਰਟੀ ਕੋਲੋਂ ਵੀ ਪੀ ਆਉਂਦਾ। ਜਦੋਂ ਉਹਦੇ ਬਾਰੇ ਪਤਾ ਲੱਗ ਜਾਵੇ ਉਹ ਕਹਿੰਦੇ ਇਹ ਕਿਸੇ ਭਾਂਡੇ ਦਾ ਢੱਕਣ ਨਹੀਂ, ਇਹਦੀ ਵੋਟ ਕੈਂਸਲ ਕਰੋ, ਜ਼ੀਰੋ ਕਰ ਦਿਓ ਇਹਨੂੰ, ਇਹਦਾ ਦੀਨ ਮਜ਼ਹਬ ਧਰਮ ਹੀ ਕੋਈ ਨਹੀਂ। ਇੱਦਾਂ ਹੁੰਦਾ। ਜਿਹੜਾ ਬੰਦਾ ਇੱਧਰ ਉੱਧਰ ਥਾਂ ਥਾਂ ਜਾਂਦਾ, ਇੱਕ ਦਾ ਹੋ ਕੇ ਰਹਿ, ਇੱਕ ਦਾ ਹੋ ਕੇ ਰਹੇਗਾ, ਉਹ ਪੂਰਾ ਜ਼ੋਰ ਲਾ ਦੇਗਾ ਤੇਰੀ ਸਪੋਰਟ ਦੇ ਵਿੱਚ। ਜਦੋਂ ਭਾਈ ਜੋਗੇ ਨੂੰ ਨਹੀਂ ਗਿਆ ਸੀ ਮਹਾਰਾਜ ਜੀ ਕਹਿੰਦੇ ਤੂੰ ਕੀ ਕਹਿਣਾ ਬਈ, ਤੇਰੇ ਜੋਗਾ ਤੇ ਫਿਰ ਗੁਰੂ ਤੇਰੇ ਤੋਂ ਕਿਹੜਾ ਘੱਟ ਹੈ। ਜੋਗਿਆ ਜੇ ਤੂੰ ਮੇਰੇ ਜੋਗਾ ਤੇ ਗੁਰੂ ਤੇਰੇ ਜੋਗਾ। ਜੋਗਾ ਹੋ ਕੇ ਤੇ ਵੇਖ, ਗੁਰੂ ਜੋਗਾ ਬਣ ਕੇ ਤੇ ਵੇਖ, ਗੁਰੂ ਨਾ ਜੋਗਾ ਹੋਇਆ ਤੇ ਤਾਂ ਕੀ। ਪਰ ਸਾਡਾ ਸਤਸੰਗ ਜੀ ਭਰੋਸਾ ਜਿਹੜਾ ਹੈ ਨਾ ਉਹ ਗੁਰੂ ਤੇ ਟਿਕਦਾ ਨਹੀਂ, ਇੱਕ ਗੁਰਦੁਆਰੇ ਵੀ ਨਹੀਂ ਟਿਕਦਾ। ਧਿਆਨ ਦੇਣਾ, ਇੱਕ ਗੁਰਦੁਆਰੇ ਵੀ ਨਹੀਂ ਟਿਕਦਾ। ਗੁਰਦੁਆਰੇ ਵੀ ਅਲੱਗ ਅਲੱਗ ਦੇ ਵਿੱਚ ਸਾਡੀਆਂ ਅਰਦਾਸਾਂ ਹੁੰਦੀਆਂ ਨੇ, ਇੱਕ ਥਾਂ ਬਸ। ਗੁਰੂ ਦੋ ਨਹੀਂ, ਗ੍ਰੰਥ ਦੋ ਨਹੀਂ, ਇੱਕੋ ਹੀ ਗ੍ਰੰਥ ਹੈ। ਮੈਂ ਹਮੇਸ਼ਾ ਕਹਿੰਦਾ ਹੁੰਦਾ, ਚਾਹੇ ਤੁਸੀਂ ਗੁਰੂ ਪਿੰਡ ਦੇ ਗੁਰਦੁਆਰੇ ਦੇ ਵਿੱਚ ਸੇਵਾ ਕਰਦੇ ਹੋ, ਚਾਹੇ ਕਿਸੇ ਹੋਰ ਵਿੱਚ ਕਰਦੇ ਹੋ, ਬਰਾਬਰ ਹੀ ਹੈ। ਤੁਹਾਡੇ ਪ੍ਰੇਮ ਦੇ ਸ਼ਰਧਾ ਨੂੰ ਫਲ ਲੱਗਣਾ। ਇੱਥੋਂ ਤੱਕ ਕਿ ਕਿਸੇ ਲੋੜਵੰਦ ਦੀ ਸੇਵਾ ਕਰਦੇ ਹੋ, ਉਹ ਵੀ ਸੇਵਾ ਪ੍ਰਵਾਨ ਹੁੰਦੀ ਹੈ, ਉਹ ਵੀ ਸੇਵਾ ਪ੍ਰਵਾਨ ਹੁੰਦੀ ਹੈ। ਅਤੇ ਮਨ ਵਿੱਚ ਇਹ ਨਹੀਂ ਰੱਖਣਾ ਉਹ ਜਿਹੜਾ ਵੱਡਾ ਗੁਰਦੁਆਰਾ ਸਤਿਗੁਰੂ ਪਾਤਸ਼ਾਹ ਦਾ, ਇਹ ਕਿਹਦਾ, ਇੱਥੇ ਕੋਈ ਹੋਰ ਬੈਠਾ, ਇੱਥੇ ਵੀ ਉਹੀ ਬੈਠਾ, ਉੱਥੇ ਵੀ ਉਹੀ ਬੈਠਾ। ਇਸ ਕਰਕੇ ਕਦੀ ਮਨ ਵਿੱਚ ਇਹ ਨਹੀਂ ਦੁਆਇਸ਼, ਕੋਈ ਭਾਵਨਾ ਨਹੀਂ ਲਿਆਉਣੀ ਵੀ ਉਹ ਜਗ੍ਹਾ ਕੋਈ ਖਾਸ ਹੈ, ਇਹ ਜਗ੍ਹਾ ਕੋਈ ਘੱਟ ਹੈ। ਜਦੋਂ ਅਸੀਂ ਕੰਪੈਰੀਜ਼ਨ ਕਰਾਂਗੇ ਇੱਕ ਚੀਜ਼ ਦਾ ਭਾਰ ਘਟੇਗਾ, ਮਤਲਬ ਉਹਦੀ ਤੋਹੀਨ ਹੋਏਗੀ, ਨਰਾਦਰੀ ਹੋਏਗੀ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਇੱਕੋ ਹੀ ਹੈ। ਜਿੱਥੇ ਮਰਜ਼ੀ ਚਲੇ ਜਾਈਏ, ਕਰਨਾ ਤੇ ਕਰਮ ਹੈ, ਰੱਖਣੀ ਤੇ ਸ਼ਰਧ ਹੈ। ਜੇ ਕਿਸੇ ਦੀ ਸ਼ਰਧਾ ਇੱਥੋਂ 1000 ਕਿਲੋਮੀਟਰ ਗੁਰੂ ਘਰ ਜਾ ਕੇ ਵੀ ਨਾ ਬਣੀ ਤੇ ਫਿਰ ਉਹਦਾ ਕੀ ਫਾਇਦਾ। ਜੇ ਕਿਸੇ ਦੀ ਸ਼ਰਧਾ ਸਭ ਕੁਛ ਘਰਮ ਹੈ, ਬਾਹਰ ਨਾਹੀਂ ਬਾਹਰ ਟੁੱਲੇ ਸੋ ਭਰਮ ਬੁਲਾਈ। ਸੋ ਇਸ ਕਰਕੇ ਪ੍ਰੇਮ ਸ਼ਰਧਾ ਜੇ ਲਾਗੇ ਬਣ ਜਾਏ ਤੇ ਉਸ ਪ੍ਰੇਮ ਸ਼ਰਧਾ ਨੂੰ ਫਲ ਲੱਗਦਾ। ਆਖਰੀ ਪੰਕਤੀ ਗੁਰੂ ਪਾਤਸ਼ਾਹ ਦੀ, ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਜਨ ਨਾਨਕ ਮੰਗੈ ਧੂੜ ਤਿੰਨ ਜੋ ਗੁਰਸਿੱਖ ਮਿੱਤ ਪਿਆਰੇ। ਗੁਰੂ ਮਹਾਰਾਜ ਜੀ ਕਹਿੰਦੇ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਨੂੰ ਲੋਚਦਾ, ਮਤਲਬ ਮੈਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ। ਗੁਰੂ ਮਹਾਰਾਜ ਜੀ ਕਹਿੰਦੇ ਨੇ, ਕਹਿੰਦੇ ਮੈਂ ਉਹਨਾਂ ਸਿੱਖਾਂ ਦੇ ਦਰਸ਼ਨ ਕਰਨਾ ਚਾਹੁੰਦਾ ਜਿਵੇਂ ਸਾਡੇ ਜਿੰਨੇ ਵੀ ਸਤਿਗੁਰੂ ਹੋਏ ਨਾ, ਬਾਬਾ ਬੁੱਢਾ ਸਾਹਿਬ ਉਹਨਾਂ ਨੂੰ ਗੁਰੂ ਦੇ ਸਿੱਖ ਕਹਿੰਦੇ ਨੇ। ਬਾਬਾ ਬੁੱਢਾ ਸਾਹਿਬ ਦੇ ਵੀ ਦਰਸ਼ਨ ਗੁਰੂ ਸਾਹਿਬ ਕਰਦੇ ਹੁੰਦੇ ਸੀ। ਜੇ ਸਿੱਖ ਗੁਰੂ ਦੇ ਦਰਸ਼ਨ ਕਰਦਾ ਨਾ, ਤੁਸੀਂ ਸਮਝ ਲਿਓ ਗੁਰੂ ਵੀ ਸਿੱਖ ਦੇ ਦਰਸ਼ਨਾਂ ਨੂੰ ਲੋਚਦਾ। ਰੋਜ਼ ਤੇ ਪੜ੍ਹਦੇ ਹਾਂ, ਚਰਨ ਸ਼ਰਨ ਗੁਰ ਏਕ ਪਿੰਡਾ, ਜਾਏ ਚੱਲ ਸਤਿਗੁਰ ਕੋਟ ਪਿੰਡਾ, ਆਗੇ ਹੋਏ ਲੇਤ ਹੈ। ਜੇ ਤੇਰੀ ਖਿੱਚ ਹੈ ਤੇ ਗੁਰੂ ਦੀ ਖਿੱਚ ਤੇਰੇ ਨਾਲੋਂ ਕਈ ਗੁਣਾ ਜ਼ਿਆਦੀ ਹੈ। ਸੋ ਪਾਤਸ਼ਾਹ ਜੀ ਫਰਮਾਨ ਕਰਦੇ, ਜਿਹੜਾ ਗੁਰਸਿੱਖ ਪਿਆਰਾ ਹੈ ਨਾ, ਮੈਂ ਉਹਦੇ ਚਰਨਾਂ ਦੀ ਧੂੜ, ਮਤਲਬ ਉਹਦੀ ਸੰਗਤ, ਉਹਦੇ ਦਰਸ਼ਨਾਂ ਨੂੰ ਲੋਚਦਾ ਹਾਂ ਜਿਵੇਂ ਸਿੱਖ ਗੁਰੂ ਦੇ ਦਰਸ਼ਨਾਂ ਨੂੰ ਲੋਚਦਾ। ਸਮਾਂ ਹੋ ਗਿਆ, ਇਤਿਹਾਸ ਵਿੱਚ ਬੜਾ ਕੁਝ ਲਿਖਿਆ। ਗੁਰੂ ਨੇ ਵੀ ਸਿੱਖਾਂ ਦੀਆਂ ਉਡੀਕਾਂ ਕੀਤੀਆਂ, ਪੁੱਤਰੋ ਬੜੀ ਦੇਰ ਲਾਤੀ, ਆਈ ਨਹੀਂ, ਇੰਨਾ ਟਾਈਮ, ਇੰਨਾ ਚਿਰ ਥੋੜ੍ਹਾ ਲਾਈਦਾ। ਇੱਦਾਂ ਵੀ ਗੱਲਾਂ ਚਲੀਆਂ ਨੇ ਇਤਿਹਾਸ ਵਿੱਚ। ਗੁਰੂ ਦਾ ਸਿੱਖ ਨਾਲ ਰਿਸ਼ਤਾ ਬੜਾ ਪਿਆਰਾ ਹੈ। ਭਾਈ ਲਹਿਣੇ ਦੇ ਨਾਲ ਗੁਰੂ ਨਾਨਕ ਦਾ ਰਿਸ਼ਤਾ ਬੜਾ ਪਿਆਰਾ ਹੈ। ਤੇ ਤੂੰ ਵੀ ਤੇ ਸਿੱਖ ਗੁਰੂ ਨਾਨਕ ਦਾ ਹੀ ਹੈ, ਤੂੰ ਵੀ ਰਿਸ਼ਤਾ ਸੋਹਣਾ ਬਣਾ ਲੈ, ਸੋਹਣਾ ਬਣ ਜਾ। ਸੋ ਇਹ ਸੀ ਅੱਜ ਦੇ ਲੜੀਵਾਰ ਸ਼ਬਦ ਦੀ ਵਿਚਾਰ। ਗੁਰੂ ਮਹਾਰਾਜ ਇਹ ਭਾਵ ਅਰਥ ਸਾਡੇ ਹਿਰਦੇ ਵਿੱਚ ਵਸੇ। ਜੋ ਤੁਸੀਂ ਸਾਨੂੰ ਆਖਿਆ ਉਹਨੂੰ ਮੰਨ ਲਈਏ ਔਰ ਸਾਡਾ ਜੀਵਨ ਗੁਰਮਤਿ ਵਾਲਾ ਬਣ ਜਾਏ। ਅਸੀਂ ਬਹੁਤ ਖਰਾਬ ਹੋ ਚੁੱਕੇ ਹਾਂ, ਸਾਡਾ ਤਨ ਮਨ ਮਹਾਰਾਜ ਜੀ
ਖਰਾਬ ਹੋ ਚੁੱਕਾ ਹੈ। ਕਈ ਪ੍ਰਭਾਵ ਹੇਠ ਚੀਜ਼ਾਂ ਦੇ ਆ ਕੇ ਸਾਨੂੰ ਤਾਰ ਲਓ, ਸਾਨੂੰ ਬਖਸ਼ ਲਓ, ਸਾਨੂੰ ਖਰੇ ਕਰ ਦਿਓ, ਮਿਹਰ ਕਰੋ। ਇੰਨੀ ਸੇਵਾ ਪ੍ਰਵਾਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।